ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਗੱਲ ਕਰਾਂਗੇ ਬਹੁਤ ਹੀ ਦੁੱਖ ਭਰੀ ਖਬਰ ਦੀ, ਜਿਹਦੇ ਬਾਰੇ ਅਸੀਂ ਥੋੜਾ ਜਿਹਾ ਜ਼ਿਕਰ ਕੱਲ ਵੀ ਕਰਦੇ ਰਹੇ ਹਾਂ। ਸਾਰਾ ਦਿਨ ਉਸ ਖਬਰ ਦੇ ਉੱਤੇ ਨਜ਼ਰ ਬਣੀ ਰਹੀ ਹੈ ਔਰ ਅੱਜ ਵੀ ਜ਼ਿਕਰ ਕਰਨ ਜਾ ਰਹੇ ਹਾਂ, ਕਿਉਂਕਿ ਜਿਵੇਂ ਜਿਵੇਂ ਉਸ ਦੇ ਵਿੱਚ ਅਪਡੇਟ ਆ ਰਿਹਾ ਹੈ ਤੁਹਾਡੇ ਤੱਕ ਉਹ ਅਪਡੇਟ ਸਾਰੇ ਅਸੀਂ ਪਹੁੰਚਾ ਰਹੇ ਹਾਂ। ਹਾਲਾਂਕਿ ਤੁਹਾਡੀ ਸਾਰਿਆਂ ਦੀ ਨਜ਼ਰ ਵੀ ਜ਼ਰੂਰ ਉਸ ਖਬਰ ਦੇ ਉੱਤੇ ਟਿਕੀ ਹੋਏਗੀ। ਟੈਕਸਸ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ, ਉਸ ਘਟਨਾ ਦਾ ਅੱਜ ਜ਼ਿਕਰ ਕਰਾਂਗੇ। ਇਹ ਘਟਨਾ ਵਾਪਰ ਗਈ, 19 ਬੱਚੇ ਚਲੇ ਗਏ, 2 ਅਧਿਆਪਕ ਚਲੇ ਗਏ, ਤਕਰੀਬਨ 21 ਲੋਕਾਂ ਦੀ ਉਸ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ। ਜ਼ਿੰਮੇਵਾਰ ਕੌਣ ਹੈ? ਜਿਹੜੇ ਮਾਪਿਆਂ ਨੇ ਆਪਣੇ ਬੱਚੇ ਗਵਾਏ ਨੇ, ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾ ਲਏ ਨੇ, ਉਸ ਸਰਕਾਰਾਂ ਨੂੰ ਸਵਾਲ ਕਰ ਰਹੇ ਨੇ। ਇਹ ਅਮਰੀਕਾ ਦੇ ਵਿੱਚ ਹਾਦਸੇ ਅਸੀਂ ਬਹੁਤ ਸੁਣਦੇ ਰਹਿੰਦੇ ਹਾਂ। ਟੈਕਸਸ ਦੇ ਵਿੱਚ, ਬਫਲੋ ਦੇ ਵਿੱਚ ਪਿਛਲੇ ਦਿਨੀ ਅਸੀਂ ਸੁਣੇ ਸੀਗੇ। ਹਰ ਥਾਈਂ ਬਹੁਤ ਸਾਰੇ ਅਸੀਂ ਹਾਦਸੇ ਸੁਣਦੇ ਹਾਂ, ਪਰ ਇਹ ਹਾਦਸੇ ਆਉਂਦੇ ਨੇ, ਖਬਰਾਂ ਬਣਦੀਆਂ ਨੇ, ਡਿਬੇਟਾਂ ਹੁੰਦੀਆਂ ਨੇ, ਸਰਕਾਰਾਂ ਵੋਟਾਂ ਲੈ ਜਾਂਦੀਆਂ ਨੇ, ਸਰਕਾਰਾਂ ਬਣ ਜਾਂਦੀਆਂ ਨੇ, ਸਰਕਾਰਾਂ ਲੈ ਜਾਂਦੀਆਂ ਨੇ, ਪਰ ਇਹਨਾਂ ਮੁੱਦਿਆਂ ਦਾ ਹੱਲ ਨਹੀਂ ਹੁੰਦਾ। ਇਹ ਗਨ ਕਲਚਰ, ਇਹ ਸ਼ੂਟਿੰਗ ਸਟਾਈਲ ਜਿਹੜੀਆਂ ਨੇ, ਇਹ ਕਦੀ ਵੀ ਬੰਦ ਨਹੀਂ ਹੁੰਦਾ। ਔਰ ਇਹਦੇ ਵਾਸਤੇ ਹੋਰ ਦੀ ਹੋਰ ਜਿਹੜਾ ਸਖਤੀ ਤਾਂ ਕੀ ਹੋਣੀ ਹੈ, ਬਲਕਿ ਬਹੁਤ ਹੀ ਜ਼ਿਆਦਾ ਈਜ਼ੀ ਹੋ ਚੁੱਕਾ ਹੈ ਕਿਸੇ ਲਈ ਵੀ ਗਨ ਬਾਏ ਕਰਨਾ। ਇੱਕ 18 ਸਾਲ ਦਾ ਬੱਚਾ ਵੀ ਆਰਾਮ ਦੇ ਨਾਲ ਅਮਰੀਕਾ ਦੇ ਵਿੱਚ, ਟੈਕਸਸ ਦੇ ਵਿੱਚ ਗਨ ਬਾਏ ਕਰ ਸਕਦਾ। ਉਹਨੂੰ ਕੋਈ ਰੋਕ ਟੋਕ ਨਹੀਂ ਹੈ, ਕੋਈ ਉਸ ਦੇ ਵਿੱਚ ਜਾਂਚ ਪੜਤਾਲ ਨਹੀਂ ਕੀਤੀ ਜਾਂਦੀ। ਉਹਨਾਂ ਮਾਪਿਆਂ ਨੂੰ ਕੋਈ ਹਾਲ ਜਾ ਕੇ ਪੁੱਛੇ ਜਿਨ੍ਹਾਂ ਮਾਪਿਆਂ ਨੇ ਆਪਣੇ ਸਕੂਲ ਦੇ ਬੱਚੇ ਪੜ੍ਹਨ ਦੇ ਲਈ ਭੇਜੇ ਸੀ। ਪਹਿਲੀ, ਦੂਜੀ, ਤੀਜੀ, ਚੌਥੀ ਕਲਾਸ ਦੇ ਬੱਚੇ ਬਣੇ ਜਾ ਰਹੇ ਨੇ ਜਿਹੜੇ ਕਿ ਉਸ ਐਲੀਮੈਂਟਰੀ ਸਕੂਲ ਦੇ, ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਨ ਲਈ ਜਾਂਦੇ ਸੀਗੇ। ਉਹ ਮਾਪੇ ਜਿਹੜੇ ਇੰਤਜ਼ਾਰ ਕਰ ਰਹੇ ਸੀਗੇ ਆਪਣੇ ਬੱਚਿਆਂ ਦੇ ਸਕੂਲ ਤੋਂ ਆਉਣ ਦਾ, ਪਰ ਉਹਨਾਂ ਨੂੰ ਨਹੀਂ ਪਤਾ ਸੀ ਬੱਚੇ ਸਿੱਧਾ ਜੰਨਤ ਚਲੇ ਜਾਣਗੇ, ਬੱਚੇ ਘਰ ਨਹੀਂ ਮੁੜ ਪਾਉਣਗੇ ਕਦੇ ਵੀ। ਉਹਨਾਂ ਮਾਪਿਆਂ ਦਾ ਕੀ ਹਾਲ ਹੋਏਗਾ, ਸ਼ਾਇਦ ਇਹ ਅੰਦਾਜ਼ਾ ਸਾਡੇ ਸਾਰਿਆਂ ਲਈ ਲਗਾਉਣਾ ਬਹੁਤ ਹੀ ਮੁਸ਼ਕਿਲ ਹੈ। ਇਹ ਹਾਦਸਾ ਹੋਇਆ ਅੱਜ ਵੀ, ਤਕਰੀਬਨ ਅਸੀਂ ਇਹਦੇ 'ਤੇ ਗੱਲ ਕਰਨ ਦੇ ਲਈ ਬੈਠ ਗਏ ਹਾਂ। ਇਸ ਮਾਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦੁਨੀਆ ਦੇ ਵਿੱਚ ਇਸ ਮਾਮਲੇ ਦੀ, ਇਸ ਮੁੱਦੇ ਦੀ, ਇਸ ਘਟਨਾ ਦੀ ਬਹੁਤ ਨਿਖੇਧੀ ਕੀਤੀ ਜਾ ਰਹੀ ਹੈ ਔਰ ਬੜਾ ਸੋਗ ਸਾਰੇ ਕਿਤੇ ਇਸ ਖਬਰ ਨਾਲ ਫੈਲਿਆ। ਜਦੋਂ ਉਹਨਾਂ ਬੱਚਿਆਂ ਦੀਆਂ ਤਮਾਮ ਤਸਵੀਰਾਂ ਅਸੀਂ ਦੇਖਦੇ ਹਾਂ, ਇਹ ਖਬਰ ਸ਼ਾਇਦ ਸਾਡੇ ਲਈ ਪੜ੍ਹਨੀ ਲਿਖਣੀ ਬਹੁਤ ਜ਼ਿਆਦਾ ਔਖੀ ਹੋ ਗਈ ਹੈ, ਕਿਉਂਕਿ ਤਮਾਮ ਖਬਰਾਂ ਜਦੋਂ ਅਸੀਂ ਇੱਦਾਂ ਦੀਆਂ ਪੜ੍ਹਦੇ ਹਾਂ ਤਾਂ ਉਹਨਾਂ ਦਾ ਹੱਲ ਵਾਸਤੇ ਹਮੇਸ਼ਾ ਧਿਆਨ ਜਾਂਦਾ ਵੀ ਅਸੀਂ ਪੜ੍ਹ ਤਾਂ ਰਹੇ ਹਾਂ ਇਸ ਖਬਰ ਨੂੰ, ਇਸ ਮੁੱਦੇ ਨੂੰ ਚੁੱਕ ਰਹੇ ਹਾਂ, ਪਰ ਇਹਦਾ ਹੱਲ ਕੌਣ ਕਰੇਗਾ, ਕਦੋਂ ਕਰੇਗਾ? ਇਹ ਆਸਾਨ ਨਹੀਂ ਹੈ ਇਸ ਖਬਰ ਦਾ ਜ਼ਿਕਰ ਕਰਨਾ, ਇਹਦੇ ਬਾਰੇ ਪੜ੍ਹਨਾ, ਉਹਨਾਂ ਬੱਚਿਆਂ ਦੀਆਂ ਤਸਵੀਰਾਂ ਦੇਖਣੀਆਂ। ਪਰ ਕਿਉਂਕਿ ਇਸ 'ਤੇ ਗੱਲ ਕਰਨੀ ਪਏਗੀ, ਕਿਉਂਕਿ ਗੱਲ ਅਸੀਂ ਜਦੋਂ ਤੱਕ ਨਹੀਂ ਕਰਾਂਗੇ ਸਰਕਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੇਗੀ। ਇਸ ਵੇਲੇ ਅਮਰੀਕਾ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਉਹ ਪਤਾ ਨਹੀਂ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ। ਬਲੈਕ ਲਾਈਵ ਮੂਵਮੈਂਟ ਅਸੀਂ ਦੇਖੀ, ਤਰ੍ਹਾਂ ਤਰ੍ਹਾਂ ਦੇ ਇਸ਼ੂ ਆਉਂਦੇ ਨੇ, ਕਦੀ ਨਸਲੀ ਟਿੱਪਣੀਆਂ, ਨਸਲੀ ਭੇਦਭਾਵ, ਨਫ਼ਰਤੀ ਜਿਹੜੇ ਹਮਲੇ ਹੋ ਜਾਂਦੇ ਨੇ, ਹੇਟ ਕ੍ਰਾਈਮ ਦੇ ਅਸੀਂ ਮੁੱਦੇ ਦੇਖਦੇ ਹਾਂ। ਹੁਣ ਇਸ ਤਰੀਕੇ ਨਾਲ ਕੋਈ 18 ਸਾਲ ਦਾ ਬੱਚਾ ਜਾਂਦਾ ਹੈ, ਕਿਤੇ ਵੀ ਜਾ ਕੇ ਉਹ ਗੋਲੀਆਂ ਵਰਾ ਦਿੰਦਾ ਹੈ। ਕੋਈ ਹੋਰ ਇਨਸਾਨ ਜਿਹੜਾ ਮੈਂਟਲੀ ਸਿੱਕ ਹੈ ਜਾਂ ਉਹਨੂੰ ਕੋਈ ਮੈਂਟਲੀ ਪ੍ਰੋਬਲਮ ਹੈ, ਉਹ ਆਪਣੀ ਗਨ ਲੈ ਕੇ ਜਾਂਦਾ ਹੈ, ਉਹ ਕਦੀ ਕਿਤੇ ਵੀ ਅਰਦਾਸ ਕਰਦੇ ਲੋਕਾਂ ਦੇ ਉੱਤੇ ਧੜਾ ਧੜ ਜਾ ਕੇ ਗੋਲੀਆਂ ਚਲਾ ਲੈਂਦਾ ਹੈ। ਖਬਰ ਆ ਜਾਂਦੀ ਹੈ ਇੰਨੇ ਲੋਕੀ ਮਰ ਗਏ, ਹੋ ਗਿਆ। ਪਰ ਇਹ ਗਨ ਕਲਚਰ ਜਿਹੜਾ ਹੈ, ਹਰ ਕਿਸੇ ਆਮ ਬੰਦੇ ਨੂੰ ਗਨ ਰੱਖਣ ਦੀ ਇੰਨੀ ਪਰਮਿਸ਼ਨ ਦੇਣਾ, ਇਹਦੇ ਬਾਰੇ ਕਦੀ ਕੁਛ ਨਹੀਂ ਕੀਤਾ ਗਿਆ। ਅੱਜ ਇਹਦੇ ਖਬਰ ਦੇ ਉੱਤੇ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ। ਸਾਡੇ ਨਾਲ ਬਕਾਇਦਾ ਟੈਕਸਸ ਤੋਂ ਸਾਡੇ ਗੈਸਟ ਅੱਜ ਜੁੜੇ ਨੇ, ਜਿਹੜੇ ਕਿ ਤਮਾਮ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਨਜ਼ਰ ਬਣਾਈ ਰੱਖੀ ਹੈ ਔਰ ਸਮੇਂ-ਸਮੇਂ 'ਤੇ ਜਦੋਂ ਇੱਦਾਂ ਦੇ ਮਾਮਲੇ ਆਉਂਦੇ ਨੇ ਤਾਂ ਉਹ ਆਪਣੀ ਆਵਾਜ਼ ਵੀ ਜਿਹੜੀ ਹੈ ਚੁੱਕਦੇ ਰਹਿੰਦੇ ਨੇ। ਉਹ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਇਸ ਮੁਤਲਕ ਸਾਰੀ ਗੱਲਬਾਤ ਕਰਾਂਗੇ। ਔਰ ਮੈਂ ਚਾਹਾਂਗੀ ਮੇਰੇ ਦਰਸ਼ਕ ਇਸ ਬਾਬਤ ਕੋਈ ਵੀ ਗੱਲ ਕਰਨਾ ਚਾਹੁੰਦੇ ਨੇ ਤਾਂ ਫੋਨ ਕਾਲਸ ਇਸ ਵੇਲੇ ਓਪਨ ਹੈ, ਤੁਸੀਂ ਫੋਨ ਦੇ ਉੱਤੇ ਸਾਡੇ ਨਾਲ ਜੁੜ ਸਕਦੇ ਹੋ। ਕੁਛ ਵੀ ਇਸ ਮਾਮਲੇ ਰਿਗਾਰਡਿੰਗ ਜਾਂ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਇਸ ਮੁੱਦੇ ਰਿਗਾਰਡਿੰਗ, ਤਾਂ ਪਲੀਜ਼ ਕਾਲ ਕਰਿਓ, ਅਸੀਂ ਤੁਹਾਡੀ ਵੀ ਨਾਲ ਦੀ ਨਾਲ ਗੱਲਬਾਤ ਸੁਣਾਂਗੇ। ਸੋ ਸਾਡੇ ਨਾਲ ਇਸ ਵੇਲੇ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਏਡ ਡਾਇਰੈਕਟਰ ਗੁਰਵਿੰਦਰ ਸਿੰਘ ਜੀ ਟੈਕਸਸ ਤੋਂ ਜੁੜੇ ਹੋਏ ਨੇ। ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਨੂੰ ਮੌਕਾ ਦਿੱਤਾ ਇਸ ਮੰਚ 'ਤੇ ਆ ਕੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ, ਬਹੁਤ ਬਹੁਤ ਧੰਨਵਾਦ। ਗੁਰਵਿੰਦਰ ਜੀ, ਅੱਜ ਜਿਹੜੇ ਮਾਮਲੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਬਕਾਇਦਾ ਤੁਸੀਂ ਸਾਰੇ ਸਮੇਂ ਦੇ ਉੱਤੇ ਅਸੀਂ ਦੇਖਿਆ ਵੀ ਹਮੇਸ਼ਾ ਤੁਹਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾਂਦਾ ਹੈ, ਜਵਾਬ ਮੰਗਿਆ ਜਾਂਦਾ ਸਰਕਾਰਾਂ ਤੋਂ। ਹਮੇਸ਼ਾ ਹਰ ਲੈਵਲ ਦੇ ਉੱਤੇ ਆ ਕੇ ਤੁਸੀਂ ਇਸ ਮੁੱਦੇ ਨੂੰ ਚੁੱਕਦੇ ਹੋ। ਅਸੀਂ ਸਭ ਤੋਂ ਪਹਿਲਾਂ ਇਸ ਘਟਨਾ ਬਾਰੇ ਜਾਣਨਾ ਚਾਹਾਂਗੇ ਕਿ ਇਸ ਘਟਨਾ ਸੰਬੰਧੀ, ਤੁਸੀਂ ਇਸ ਵੇਲੇ ਟੈਕਸਸ ਦੇ ਵਿੱਚ ਹੋ, ਤੁਹਾਡੇ ਤੋਂ ਵਰਲਡ ਦਾ ਜਿਹੜਾ ਏਰੀਆ ਜਿੱਥੇ ਇਹ ਘਟਨਾ ਵਾਪਰੀ ਆ ਉਹ ਕਿੰਨੀ ਕੁ ਦੂਰ ਹੈ ਅਤੇ ਕੀ ਕੁਝ ਖਬਰ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚੀ ਹੈ?
ਜੀ ਭੈਣ ਜੀ, ਸੋ ਤਕਰੀਬਨ ਜਿਹੜਾ ਵਾਲਡੇ ਸਕੂਲ ਡਿਸਟ੍ਰਿਕਟ ਆ ਉਹ ਸੈਨ ਹੂੰ ਐਂਟੋਨੀਓ ਸ਼ਹਿਰ ਤੋਂ ਤਕਰੀਬਨ ਪੌਣਾ ਘੰਟਾ ਦੂਰ ਆ। ਹੂੰ ਤੋ ਅਸੀਂ ਡੈਲਸ ਵਿੱਚ ਵੱਸਦੇ ਹਾਂ। ਸੋ ਸਾਡੇ ਹਾਂਜੀ ਤੋਂ ਤੁਸੀਂ ਅੰਦਾਜ਼ਾ ਕਿੰਨਾ ਲਾ ਸਕਦੇ ਹੋ ਕਿ 4 ਕੁ ਘੰਟੇ ਦਾ ਫਾਸਲਾ ਆ। ਹੂੰ 4-5 ਘੰਟੇ ਦਾ ਫਾਸਲਾ ਆ। ਜਿਹੜਾ ਸਕੂਲ ਡਿਸਟ੍ਰਿਕਟ ਆ ਇਹ ਮੈਕਸੀਕੋ ਹੂੰ ਦੇ ਬਾਰਡਰ ਤੋਂ ਕੁਝ ਕੁ ਦੂਰ ਆ। ਤਾਂ ਹੀ ਤੁਸੀਂ ਦੇਖਦੇ ਵੀ ਹੋ ਜਿਹੜੀ ਤਸਵੀਰਾਂ ਨੇ ਉਹਦੇ ਹੂੰ ਵਿੱਚ ਸਕੂਲ ਦੇ ਨਾਂ ਦੇ ਥੱਲੇ ਬੈਨਵੀਨੀਦੋਸ ਲਿਖਿਆ ਹੋਇਆ, ਜਿਹਦਾ ਸਪੈਨਿਸ਼ ਵਿੱਚ ਹੁੰਦਾ ਆ, ਟਿੱਪਣੀ ਹੁੰਦੀ ਹੈ ਵੈਲਕਮ। ਜੀ ਸੋ ਇਹ ਸਾਡੀ ਸਟੇਟ ਦਾ ਇੱਕ ਸਕੂਲ ਆ। ਹੂੰ ਤੇ ਇਹ ਖਬਰ ਸੁਣ ਕੇ ਦਿਲ ਮਤਲਬ ਹਜੇ ਤੱਕ ਵੀ ਸਮਝ ਨਹੀਂ ਆ ਰਿਹਾ ਕਿ ਵਾਕਈ ਇਹ ਵਾਰਦਾਤ ਹੋਈ ਆ ਜਾਂ ਮਤਲਬ ਅਸੀਂ ਬਿਲਕੁਲ ਕਿਸੇ ਹੂੰ ਦੂਜੀ ਇੱਕ ਜ਼ਮਾਨੇ ਤੋਂ ਗੱਲ ਆ ਰਹੀ ਆ ਜਾਂ ਕਿਵੇਂ ਹੋ ਰਿਹਾ ਹਜੇ। ਇਸ ਹਾਰਡ ਪ੍ਰੋਸੈਸ ਕਿ ਮਤਲਬ ਇਹ ਜੀ ਐਲੀਮੈਂਟਰੀ ਸਕੂਲ ਦੇ ਵਿੱਚ ਇਹ ਜੀ ਘਟਨਾ ਵਾਪਰਨੀ ਹੂੰ ਦਿਲ ਦਹਿਲਾਉਣ ਵਾਲੀ ਗੱਲ ਆ। ਜੀ ਗੁਰਵਿੰਦਰ ਜੀ, ਤੁਸੀਂ ਤਾਂ ਬਿਲਕੁਲ ਨਜ਼ਦੀਕ ਰਹਿੰਦੇ ਹੋ ਟੈਕਸਸ ਦੇ ਏਰੀਏ ਦੇ ਵਿੱਚ। ਅਸੀਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੈ। ਹੁਣ ਤੱਕ ਜੀ ਜਿੰਨੀ ਕੁ ਇਸ ਘਟਨਾ ਸੰਬੰਧੀ ਜਾਣਕਾਰੀ ਮਿਲਦੀ ਹੈ, ਉੱਥੇ ਐਕਚੁਅਲ ਦੇ ਵਿੱਚ ਹੋਇਆ ਕੀ ਕੁਛ ਸੀ? ਕਿਉਂਕਿ ਇਸ ਵੇਲੇ ਸਵਾਲ ਪੁਲਿਸ ਅਧਿਕਾਰੀਆਂ ਤੇ ਵੀ ਉੱਠ ਰਹੇ ਨੇ। ਜਿਹੜੇ ਰਿਹਾਇਸ਼ੀ ਉਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਦੇ ਬੱਚੇ ਤਕਰੀਬਨ ਅੰਦਰ ਸਕੂਲ ਦੇ ਵਿੱਚ ਪੜ੍ਹ ਰਹੇ ਸੀ, ਉਹਨਾਂ ਨੇ ਜੋ ਜਾਣਕਾਰੀ ਦਿੱਤੀ, ਉਹਨਾਂ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲ ਰਹੀਆਂ ਸੀ ਉਸ ਵੇਲੇ ਉਹ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਸਕੂਲ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਔਰ ਇਨਫੈਕਟ ਪੁਲਿਸ ਅਧਿਕਾਰੀ ਜਿਹੜੇ ਉੱਥੇ ਸੀਗੇ ਸਿਕਿਉਰਿਟੀ ਨੂੰ ਉਹ ਕਹਿ ਰਹੇ ਸੀਗੇ ਵੀ ਤੁਸੀਂ ਅੰਦਰ ਜਾਓ, ਅੰਦਰ ਦੇਖੋ ਜਾ ਕੇ ਕੀ ਹੋਇਆ, ਬੱਚਿਆਂ ਦੀ ਜਾਨ ਬਚਾਓ। ਪਰ ਉਹ ਰਿਹਾਇਸ਼ੀ ਏਰੀਏ ਦੇ ਲੋਕਾਂ ਨੇ ਜਿਹੜੇ ਨੇ ਆਮ ਵਸਨੀਕ ਉੱਥੋਂ ਦੇ ਸੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਧਿਕਾਰੀ ਉੱਥੇ ਇਕੱਠੇ ਹੋ ਕੇ ਖੜੇ ਸੀ ਪਰ ਕੋਈ ਅੰਦਰ ਨਹੀਂ ਜਾ ਰਿਹਾ ਸੀਗਾ। ਇਹ ਉਹ ਖਬਰ ਹੈ ਜਿਹੜੀ ਕਿ ਸਾਨੂੰ ਬਾਕੀ ਨਿਊਜ਼ ਚੈਨਲ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਮਿਲ ਰਹੀ ਹੈ। ਜੀ ਤੁਹਾਡੇ ਤੱਕ ਇਸ ਸੰਬੰਧੀ ਓਵਰਆਲ ਇਸ ਮੁੱਦੇ ਨੂੰ ਰਿਗਾਰਡਿੰਗ ਕੀ ਕੁਝ ਨਿਕਲ ਰਿਹਾ ਹੈ? ਇਹ ਘਟਨਾ ਜਦੋਂ ਵਾਪਰੀ ਕੀ ਸਮਾਂ ਸੀ, ਕੀ ਕੁਝ ਉੱਥੇ ਹੋ ਰਿਹਾ ਸੀ, ਆਲੇ ਦੁਆਲੇ ਕੀ ਵਾਪਰ ਰਿਹਾ ਸੀ? ਸਕੂਲ ਦੇ ਬਾਹਰ ਸਿਕਿਉਰਿਟੀ ਜਿਹੜੀ ਹੈ ਕਿ ਉਹ ਨਹੀਂ ਸੀ, ਉਹ 18 ਸਾਲ ਦਾ ਬੱਚਾ ਬੰਦੂਕ ਅੰਦਰ ਲੈ ਕੇ ਵੜਿਆ, ਉਸ ਬੱਚੇ ਨੂੰ ਕਿਸੇ ਨੇ ਰੋਕਿਆ ਨਹੀਂ, ਕੋਈ ਸਿਕਿਉਰਿਟੀ ਇੰਨੀ ਤੈਨਾਤ ਨਹੀਂ ਸੀ ਗੇਟ ਤੇ। ਇਹ ਓਵਰਆਲ ਅਸੀਂ ਤੁਹਾਡੇ ਤੋਂ ਪਲੀਜ਼ ਜਾਣਕਾਰੀ ਜਾਣਨਾ ਚਾਹਾਂਗੇ ਵਿਸਥਾਰ ਦੇ ਨਾਲ। ਜੀ ਭੈਣ ਜੀ, ਸੋ ਇਹ ਜਿਹੜਾ ਸਾਲਵਾਟੋਰ ਰਾਮੋਸ ਜਿਹੜਾ ਇੱਕ 18 ਸਾਲ ਦਾ ਵਿਅਕਤੀ ਆ, ਹੂੰ ਇਹ ਜਿਹੜੀ ਅਸੀਂ ਖਬਰਾਂ ਵੀ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਤੇ ਸਾਨੂੰ ਸੂਤਰਾਂ ਤੋਂ ਪਤਾ ਵੀ ਲੱਗ ਰਿਹਾ ਆ ਕਿ ਹੂੰ ਇਹ ਸਕੂਲ ਦੇ ਵਿੱਚ ਇੰਨਾ ਕਾਬਿਲ ਨਹੀਂ ਸੀ। ਤੇ ਹੂੰ ਯਾਰਾਂ ਦੋਸਤਾਂ ਦੇ ਵਿੱਚ ਵੀ ਪਹਿਲਾਂ ਬੈਠਣ ਵਾਲਾ ਤੇ ਫਿਰ ਆਪਣੇ ਆਪ ਦੇ ਵਿੱਚ ਰਹਿਣ ਵਾਲਾ, ਹੂੰ ਤੇ ਆਪਣੇ ਆਪ ਤੱਕ ਹੀ ਸੀਮਤ ਆਪਣੇ ਆਪ ਨੂੰ ਇਕੱਲਾ ਕਰ ਲੈਣਾ ਇਹਨੇ। ਹੂੰ ਤੇ 18 ਸਾਲ ਦੀ ਉਮਰ ਹੁੰਦੀ ਆ ਤੇ ਇਹ ਦੋ ਜਿਹੜੇ ਅਸਾਲਟ ਰਾਈਫਲਸ ਨੇ ਜਿਨ੍ਹਾਂ ਨੂੰ AR-15 ਕਿਹਾ ਜਾਂਦਾ ਹੈ ਉਹ ਖਰੀਦਦਾ ਹੈ। ਹੂੰ ਟੈਕਸਸ ਦੇ ਕਾਨੂੰਨ ਪਹਿਲਾਂ ਸੀ ਕਿ ਜੇ ਤੁਸੀਂ ਬੰਦੂਕ ਰੱਖਣਾ ਚਾਹੁੰਦੇ ਹੋ ਆਪਣੇ ਕੋਲ ਤਾਂ ਤੁਹਾਨੂੰ ਇੱਕ ਕੰਸੀਲਡ ਹੈਂਡਗਨ ਲਾਇਸੈਂਸ ਚਾਹੀਦਾ। ਹੂੰ ਉਹਦੇ ਲਈ ਤੁਹਾਨੂੰ, ਕਿਉਂਕਿ ਦਾਸ ਕੋਲ ਖੁਦ ਹੈ, ਤੇ ਉਹਦੇ ਲਈ ਤੁਹਾਨੂੰ ਬੈਕਗਰਾਉਂਡ ਚੈੱਕ ਕਰਨਾ ਪੈਂਦਾ ਆ। ਤੇ ਉਹ ਫਿਰ ਬੈਕਗਰਾਉਂਡ ਚੈੱਕ ਜਦ ਤੁਹਾਡਾ ਪੂਰਾ ਹੋ ਜਾਂਦਾ ਆ ਫਿਰ ਉਹ ਤੁਹਾਨੂੰ ਇਜਾਜ਼ਤ ਦਿੰਦੇ ਨੇ। ਪਰ ਤੁਹਾਨੂੰ ਇਜਾਜ਼ਤ ਤਾਂ ਦਿੰਦੇ ਨੇ ਜੇ ਤੁਸੀਂ ਇੱਕ ਕਲਾਸ ਲੈਂਦੇ ਹੋ ਤੇ ਬਕਾਇਦਾ ਤੌਰ ਤੇ ਇੰਸਟਰਕਟਰ ਦੀ ਕਲਾਸ ਦੇ ਵਿੱਚ ਤੁਸੀਂ ਅੰਕੜੇ ਸਾਰੇ ਤੁਹਾਡੇ ਬਣਦੇ ਨੇ ਤੇ ਤੁਹਾਨੂੰ ਨਿਸ਼ਾਨੇਬਾਜ਼ੀ ਵੀ ਆਉਂਦੀ ਆ, ਤੁਹਾਨੂੰ ਪਹਿਲਾਂ ਉਹ ਕਰਾਉਂਦੇ ਨੇ। ਫਿਰ ਉਹ ਤੁਹਾਨੂੰ ਇਜਾਜ਼ਤ ਦਿੰਦੇ ਨੇ ਕਿ ਠੀਕ ਹੈ ਜੀ, ਤੁਹਾਡੇ ਕੋਲ ਹੁਣ ਕੰਸੀਲਡ ਹੈਂਡਗਨ ਲਾਇਸੈਂਸ ਹੈ, ਤੁਸੀਂ ਹੁਣ ਬਕਾਇਦਾ ਤੌਰ ਤੇ ਆਪਣੇ ਕੋਲ ਅਸਲਾ ਜਾਂ ਬੰਦੂਕ ਰੱਖ ਸਕਦੇ ਹੋ। ਹੂੰ ਸਤੰਬਰ 2021 ਵਿੱਚ ਗਵਰਨਰ ਐਬਟ ਨੇ ਇਹ ਜਿਹੜੇ ਕਾਨੂੰਨ ਨੇ ਜਾਂ ਜਿਹੜੇ ਇਹ ਤੁਸੀਂ ਕਹਿ ਸਕਦੇ ਹੋ ਪੈਰਾਮੀਟਰ ਸੀਗੇ ਜਾਂ ਜਿਹੜੇ ਨਿਯਮ ਸੀਗੇ, ਇਹਨਾਂ ਨੂੰ ਕੱਟ ਦਿੱਤਾ। ਤੇ ਹੁਣ ਇਹ ਹੈ ਕਿ ਤੁਸੀਂ ਇਸ ਓਪਨ ਕੈਰੀ ਸਟੇਟ, ਮਤਲਬ ਕਿ ਜੇ ਤੁਹਾਡੇ ਕੋਲ ਬੰਦੂਕ ਆ ਤੁਸੀਂ ਬੰਦੂਕ ਚੱਕ ਕੇ ਘੁੰਮ ਸਕਦੇ ਹੋ, ਕਿਤੇ ਵੀ ਜਾ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ, ਹੂੰ ਤੁਹਾਨੂੰ ਲਾਇਸੈਂਸ ਦੀ ਜ਼ਰੂਰਤ ਵੀ ਨਹੀਂ। ਅਤੇ ਜਿਹੜਾ ਬੈਕਗਰਾਉਂਡ ਚੈੱਕ ਹੈਗਾ ਆ ਜਿਹੜਾ ਪਹਿਲਾਂ ਹੁੰਦਾ ਸੀ ਉਹ ਵੀ ਉਹਦੀ ਲੈਣ ਨੂੰ ਵੀ ਉਹਦੀ ਜ਼ਰੂਰਤ ਨਹੀਂ। ਸੋ ਕੋਈ ਵੀ ਵਿਅਕਤੀ ਜਿਹੜਾ 18 ਸਾਲ ਦਾ ਆ ਟੈਕਸਸ ਦੇ ਵਿੱਚ ਉਹ ਬੰਦੂਕ ਲੈ ਸਕਦਾ ਹੈ। ਅਮਰੀਕਾ, ਸੋ ਇੱਕ ਚੀਜ਼ ਹੈ ਅਮਰੀਕਾ ਦੇ ਵਿੱਚ ਕਿ ਇੱਕ ਫੈਡਰਲ ਸਿਸਟਮ ਆ ਜਿਹਦੇ ਵਿੱਚ ਫੈਡਰਲ ਸਰਕਾਰ ਹੈਗੀ, ਉਹਦੇ ਨਿਯਮ ਨੇ, ਤੇ ਫਿਰ ਸਟੇਟਸ ਦੇ ਨਿਯਮ ਹੁੰਦੇ ਨੇ। ਸੋ ਫੈਡਰਲ ਨਿਯਮ ਇਹ ਨੇ ਕਿ ਘੱਟੋ ਘੱਟ ਤੁਹਾਨੂੰ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਬੰਦੂਕ ਲੈਣ ਲਈ। ਤੇ ਤੁਹਾਡੇ ਉਹਦੇ ਉੱਪਰ ਫਿਰ ਅੱਗੇ ਜਿਹੜੇ ਨੇ ਉਹ ਫਿਰ ਸਟੇਟ ਦੀ ਟਿੱਪਣੀਆਂ ਆਉਂਦੀਆਂ ਨੇ ਕਿ ਸਟੇਟ ਫਿਰ ਕਿੱਥੇ ਤੱਕ ਉਹ ਲੈ ਕੇ ਜਾਂਦੀ ਹੈ ਕਾਨੂੰਨ ਨੂੰ, ਉਹਨੂੰ ਥੋੜ੍ਹਾ ਘਟਾਉਂਦੀ ਹੈ, ਵਧਾਉਂਦੀ ਹੈ, ਉਹਦੇ ਵਿੱਚ ਰੋਕ ਟੋਕ ਕਰਦੀ ਹੈ ਜਾਂ ਨਹੀਂ। ਸੋ ਇਹ ਆ ਕਿ ਤੁਸੀਂ 18 ਸਾਲ ਦੀ ਉਮਰ ਚਾਹੀਦੀ ਹੈ ਟੈਕਸਸ ਵਿੱਚ ਬੰਦੂਕ ਖਰੀਦਣ ਲਈ, ਪਰ ਰੱਖਣ ਲਈ ਨਹੀਂ। ਸੋ ਬੰਦੂਕ ਰੱਖ ਕੋਈ ਵੀ ਸਕਦਾ ਹੈ, ਉਹਦੀ ਉਮਰ ਦਾ ਕੋਈ ਤਕਾਜ਼ਾ ਨਹੀਂ, ਖਰੀਦਣ ਲਈ 18 ਸਾਲ ਦੀ ਉਮਰ ਆ। ਸੋ ਇਹ ਕਈ ਚੀਜ਼ਾਂ ਨੇ ਜਿਹੜੇ ਜਦ ਤੁਸੀਂ ਇਹਦੀ ਡੂੰਘਾਈ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਕਿ
ਸਾਨੂੰ ਇਹਦੇ ਵੱਲ ਤਵੱਜੋ ਦੇਣ ਦੀ ਬੜੀ ਜ਼ਰੂਰੀ ਆ, ਬੜੀ ਜੀ। ਜ਼ਰੂਰਤ ਆ। ਤੇ ਇਹ ਜਿਹੜਾ ਨੌਜਵਾਨ ਆ, ਜਦ ਇਹ 18 ਸਾਲ ਦਾ ਹੁੰਦਾ, ਬੰਦੂਕ ਲੈਂਦਾ ਆ, ਤੇ ਹੁਣ ਖਬਰਾਂ ਵੀ ਆ ਰਹੀਆਂ ਨੇ ਕਿ ਇਹ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਡਾਇਰੈਕਟ ਮੈਸੇਜਿੰਗ ਦੇ ਰਾਹੀਂ ਵਿਅਕਤੀਆਂ ਨਾਲ ਕੈਲੀਫੋਰਨੀਆ 'ਚ ਗੱਲ ਕਰ ਰਿਹਾ, ਵਿਅਕਤੀਆਂ ਨਾਲ ਜਰਮਨੀ 'ਚ ਗੱਲ ਕਰ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਮੇਰੀ ਜਿਹੜੀ ਇਹ ਦਾਦਾ ਦਾਦੀ ਨਾਲ ਰਹਿੰਦਾ ਸੀਗਾ, ਆਪਣੀ ਮਾਂ ਨਾਲ ਇਹਦਾ ਝਗੜਾ ਹੋ ਗਿਆ ਸੀਗਾ ਤੇ ਉਹਨਾਂ ਤੋਂ ਅਲੱਗ ਹੋ ਗਿਆ ਸੀ ਆਪਣੀ ਮਾਤਾ ਤੋਂ, ਤੇ ਇਹ ਮੈਸੇਜ ਭੇਜ ਰਿਹਾ ਕਿ ਮੇਰੀ ਦਾਦੀ ਮੇਰੇ ਫੋਨ ਦੇ ਬਾਰੇ ਬੜੀ ਦਖਲਅੰਦਾਜ਼ੀ ਕਰ ਰਹੀ ਆ, ਫੋਨ ਦਾ ਬਿੱਲ ਹੋਣਾ ਜ਼ਿਆਦਾ ਜਾਂ ਕਾਲਾਂ ਕਰਦਾ ਰਹਿੰਦਾ ਹੋਣਾ, ਤੇ ਉਹ AT&T ਨਾਲ ਗੱਲ ਕਰ ਰਹੀ ਹੈ, ਕੰਪਨੀ ਨਾਲ ਗੱਲ ਕਰ ਰਹੀ ਹੈ, ਤੇ ਉਹ ਮੈਸੇਜ ਕਰ ਰਿਹਾ, ਉਹਨੂੰ ਗਾਲਾਂ ਕੱਢ ਕੇ ਆਪਣੀ ਦਾਦੀ ਨੂੰ, ਆਪਣੇ ਦੋਸਤ ਨਾਲ ਗੱਲ ਕਰ ਰਿਹਾ ਕਿ ਇਹ ਮੈਨੂੰ ਤੰਗ ਕਰਦੀ ਰਹਿੰਦੀ ਆ, ਇਹ ਮੇਰਾ ਖਹਿੜਾ ਨਹੀਂ ਛੱਡਦੀ। ਤੇ ਫਿਰ ਕਹਿੰਦਾ ਕਿ 1 ਮਿੰਟ, ਜੋ ਮੈਸੇਜ ਵੀ ਆ ਰਹੀ ਕਿ ਬੀ ਰਾਈਟ ਬੈਕ, ਤੇ ਫਿਰ 5 ਮਿੰਟ ਬਾਅਦ ਆਉਂਦਾ ਹੈ, ਕਹਿੰਦਾ ਮੈਂ ਉਹਦੇ ਸਿਰ ਤੇ ਗੋਲੀ ਮਾਰਤੀ, ਆਪਣੀ ਦਾਦੀ ਨੇ। ਤੇ ਫਿਰ ਮੈਸੇਜ ਕਰਦਾ ਕੁਝ ਮਿੰਟ ਬਾਅਦ ਕਿ ਹੁਣ ਮੈਂ ਐਲੀਮੈਂਟਰੀ ਸਕੂਲ ਜਾ ਕੇ ਗੋਲੀਆਂ ਭਰਾਉਣੀਆਂ ਨੇ। ਉਹ ਦਾਦੀ ਦਾ ਜਿਹੜਾ ਟਰੱਕ ਆ, ਉਹ ਲੈ ਕੇ ਇਹ ਭਗੌੜਾ ਹੋ ਜਾਂਦਾ, ਘਰੋਂ ਨਿਕਲ ਜਾਂਦਾ ਆ। ਤੇ ਘਰੋਂ ਨਿਕਲਦਾ ਤੇ ਉਸ ਵੇਲੇ ਕੀ ਹੁੰਦਾ ਕਿ ਟਰੱਕ ਲੈ ਕੇ ਜਾਂਦਾ ਹੈ, ਟਰੱਕ ਮਤਲਬ ਇੱਕ ਨਾਲੀ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਆ, ਉੱਥੋਂ ਨਿਕਲਦਾ ਭੱਜਦਾ ਭੱਜਦਾ ਸਕੂਲ ਵੱਲ ਜਾਂਦਾ ਆ, 911 ਕਾਲ ਕੀਤਾ ਜਾਂਦਾ ਆ, ਪੁਲਿਸ ਅਫਸਰ ਵੀ ਪਿੱਛੇ ਆਉਂਦੇ ਨੇ, ਤੇ ਜਦ ਪੁਲਿਸ ਅਫਸਰ ਪਿੱਛੇ ਆਉਂਦੇ ਨੇ ਤਾਂ ਉਹ ਇਹਦਾ ਪਿੱਛਾ ਕਰਦੇ ਨੇ, ਇਹਦੇ ਬੰਦੂਕਾਂ ਨੇ ਦੋਨੋਂ, ਇਹ ਬੰਦੂਕਾਂ ਲੈ ਕੇ ਸਕੂਲ ਵਿੱਚ ਜਾਂਦਾ ਆ। ਉੱਥੇ ਇੱਕ ਸਕੂਲ ਰਿਸੋਰਸ ਆਫਿਸਰ, ਕਿਉਂਕਿ ਟੈਕਸਸ ਦੇ ਵਿੱਚ ਇਹ ਹੈਗਾ ਕਿ ਤਕਰੀਬਨ ਹਰ ਸਕੂਲ ਦੇ ਵਿੱਚ ਇੱਕ ਪੁਲਿਸ ਅਫਸਰ ਉੱਥੇ ਤਾਇਨਾਤ ਕੀਤਾ ਜਾਂਦਾ ਆ, ਉਹਨੂੰ ਸਕੂਲ ਰਿਸੋਰਸ ਆਫਿਸਰ ਕਹਿੰਦੇ ਨੇ, SRO। ਸੋ ਇਹ ਸਕੂਲ ਵਿੱਚ ਵੀ ਸੀ। ਪਰ ਜਦ ਇੱਕ ਬੰਦੇ ਕੋਲ ਇੱਕ ਹੈਂਡਗਨ ਆ, ਦੂਜੇ ਕੋਲ ਅਸਾਲਟ ਰਾਈਫਲਾਂ ਨੇ, ਉਹ ਕਿੰਨਾ ਕੁ ਮੁਕਾਬਲਾ ਹੋਵੇਗਾ। ਉਹਨੇ ਗੋਲੀਆਂ ਵੀ ਚਲਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਉਹਦਾ ਮੁਕਾਬਲਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਫਿਰ ਗੋਲੀ ਲੱਗੀ, ਜੋ ਮਤਲਬ ਹੁਣ ਪਤਾ ਲੱਗ ਰਿਹਾ ਹੈ, ਤੇ ਉਹ ਜ਼ਖਮੀ ਹੋ ਗਿਆ। ਤੇ ਫਿਰ ਜਿਹੜਾ ਇਹ ਵਿਅਕਤੀ ਆ ਰਾਮੋਸ, ਇਸ ਸਕੂਲ ਦੇ ਵਿੱਚ ਦਾਖਲ ਹੋ ਜਾਂਦਾ ਹੈ। ਸਕੂਲ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਇੱਕ ਚੌਥੀ ਜਮਾਤ ਦੇ ਜਿਹੜੇ ਕਲਾਸ ਆ, ਉਹਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦਾ ਆ। ਜਦ ਬੰਦ ਕਰਦਾ ਹੈ ਆਪਣੇ ਆਪ ਨੂੰ, ਤੇ ਫਿਰ ਜੋ ਹਾਦਸਾ, ਜੋ ਸਾਡੇ ਅੰਕੜੇ ਸਾਹਮਣੇ ਆ ਰਹੇ ਨੇ ਕਿ 2 ਟੀਚਰ ਅਤੇ 19 ਬੱਚਿਆਂ ਨੂੰ ਇਹ ਮੌਤ ਦੇ ਘਾਟ ਉਤਾਰ ਦਿੰਦਾ ਆ। ਇਹ ਗੋਲੀਆਂ ਦਾ ਮੀਂਹ ਬਰਸਾਉਂਦਾ ਆ, ਜਿਹੜਾ ਵੀ ਇਹਦੇ ਸਾਹਮਣੇ ਆਉਂਦਾ, ਜਿਹਨੂੰ ਵੀ ਇਹ ਦੇਖਦਾ ਆ, ਇਹ ਉਹਦੇ ਤੇ ਗੋਲੀਆਂ ਚਲਾਉਂਦਾ ਆ। ਜਦ ਇਹ ਹਾਦਸਾ ਵਾਪਰ ਰਿਹਾ ਆ ਤਾਂ ਉਸ ਵੇਲੇ ਜਿਹੜੀ ਪੁਲਿਸ ਆ, ਉਹ ਬਾਹਰ ਇਕੱਠੀ ਹੁੰਦੀ ਆ, ਟੈਕਟੀਕਲ ਗੀਅਰ ਵਿੱਚ ਇਕੱਠੀ ਹੁੰਦੀ ਆ। ਉਹਨਾਂ ਨੂੰ ਤਕਰੀਬਨ 40 ਮਿੰਟ ਤੋਂ ਪੌਣਾ ਘੰਟਾ ਲੱਗਦਾ ਆ ਸਕੂਲ ਦੇ ਵਿੱਚ ਅੰਦਰ ਜਾ ਕੇ ਉਹਦਾ ਮੁਕਾਬਲਾ ਕਰਕੇ। ਫਿਰ ਉਹਨੂੰ ਜਦੋਂ ਮੁਕਾਬਲਾ ਹੁੰਦਾ ਆ ਤਾਂ ਫਿਰ ਉਹ ਰਾਮੋਸ ਗੋਲੀਆਂ ਦੇ ਮੀਂਹ ਦੇ ਵਿੱਚ ਉਹ ਫਿਰ ਖੁਦ ਮੌਤ ਦੇ ਘਾਟ ਉਤਰਦਾ ਆ। ਪਰ ਇਹ ਸਵਾਲ ਕਾਫੀ ਹੁਣ ਉੱਠ ਰਹੇ ਨੇ ਕਿ ਪਹਿਲੀ ਗੱਲ ਕਿ ਜਿਹੜਾ 18 ਸਾਲ ਦਾ ਬੱਚਾ ਆ, ਕਿ ਉਹ ਅਸਾਲਟ ਰਾਈਫਲ ਲੈਣ ਦੇ ਕਾਬਿਲ ਹੈ, ਕਿ ਕੋਈ ਬੈਕਗਰਾਊਂਡ ਚੈੱਕ ਜ਼ਰੂਰੀ ਨਹੀਂ, ਕਿ ਕਿਸੇ ਦਾ ਮਾਨਸਿਕ ਹਾਲ ਐਵੇਂ ਹੋਵੇ, ਜਾਂ ਕੋਈ ਅਪਰਾਧੀ ਹੋਵੇ, ਜਾਂ ਕੋਈ ਗੁਨਾਹਗਾਰ ਹੋਵੇ, ਕਿ ਉਹਨਾਂ ਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ ਹੈ ਕਿ ਉਹ ਵੀ ਅਸਲਾ ਰੱਖਣ, ਉਹ ਵੀ ਬੰਦੂਕਾਂ ਰੱਖਣ। ਕਿਉਂਕਿ ਜਿਵੇਂ ਸਾਨੂੰ ਵੀ ਹਦਾਇਤ ਹੈ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਕਿ ਸ਼ਸਤਰਧਾਰੀ ਹੋਣਾ ਬੜਾ ਜ਼ਰੂਰੀ ਆ, ਪਰ ਤੁਸੀਂ ਧਾਰਮਿਕ ਹੁੰਦੇ ਹੋ, ਸੰਤ ਤੇ ਸਿਪਾਹੀ ਤੁਸੀਂ ਧਾਰਮਿਕ ਹੁੰਦੇ ਹੋ, ਤਾਂ ਤੁਸੀਂ ਉਹ ਸ਼ਸਤਰ ਜਿਹੜੇ ਨੇ ਉਹ ਗਰੀਬ ਦੀ ਰੱਖਿਆ ਹੁੰਦੀ ਹੈ, ਜਰਬਾਣੇ ਦੀ ਪੱਖਿਆ ਹੁੰਦੀ ਆ, ਉਹ ਆਪਣੀ ਰੱਖਿਆ ਲਈ ਹੁੰਦੀ ਆ ਜਾਂ ਕਿਸੇ ਦਾ ਬਚਾਅ ਕਰਨ ਲਈ ਹੁੰਦੀ ਆ। ਪਰ ਜਿਹੜੇ ਅਪਰਾਧੀ ਹੁੰਦੇ ਨੇ, ਜਿਹੜੇ ਲੁਟੇਰੇ ਹੁੰਦੇ ਨੇ, ਤੇ ਜਿਨ੍ਹਾਂ ਦੀ ਫਿਤਰਤ ਹੈ, ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਆ, ਤਾਂ ਉਹਨਾਂ ਕੋਲ ਤਾਂ ਮੇਰੇ ਖਿਆਲ ਨਾਲ ਅਸਲਾ ਤੇ ਬੰਦੂਕ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨਾਂ ਨੇ ਤਾਂ ਉਹ ਜ਼ੁਲਮ ਹੀ ਕਰਨਾ ਹੈ, ਉਹਨਾਂ ਨੇ ਅਪਰਾਧ ਹੀ ਕਰਨਾ ਹੈ, ਉਹਨਾਂ ਨੇ ਚੋਰੀ ਹੀ ਕਰਨੀ ਹੈ, ਉਹਨਾਂ ਨੇ ਡਾਕੇ ਹੀ ਕਰਨੇ ਆ, ਤੇ ਉਹਨਾਂ ਨੇ ਇਹੋ ਜਿਹੇ ਵਾਰਦਾਤ ਹੀ ਕਰਨੇ ਨੇ। ਤੇ ਘੱਟੋ ਘੱਟ ਇਹ ਵੀ ਆ ਰਿਹਾ ਆ ਕਿ ਜਿਹੜੇ ਮੈਂਟਲ ਹੈਲਥ ਦੇ ਜ਼ਰੀਏ, ਕਿ ਜੇ ਤੁਸੀਂ ਬੰਦੂਕ ਲੈਣੀ ਆ ਤਾਂ ਘੱਟੋ ਘੱਟ ਥੋੜਾ ਜਿਹਾ ਕਿਸੇ ਆਧਾਰ ਤੇ ਪੜਤਾਲ ਹੋਣੀ ਚਾਹੀਦੀ ਹੈ ਕਿ ਹਾਂ ਵੀ ਇਹ ਕਿ ਬੰਦਾ ਮਾਨਸਿਕ ਤੌਰ ਤੇ ਠੀਕ ਆ। ਸੋ ਇਹ ਕਈ ਸਵਾਲ ਉੱਠਦੇ ਨੇ, ਤੇ ਕਈਆਂ ਦੇ ਜਵਾਬ ਵੀ ਬੜੇ ਔਖੇ ਨੇ, ਪਰ ਕੁਛ ਨਾ ਕੁਛ ਤਾਂ ਸਾਨੂੰ ਕਰਨਾ ਹੀ ਪਵੇਗਾ। ਕਿਉਂਕਿ ਅਸੀਂ ਹੁਣ ਸੁਪਰ ਮਾਰਕੀਟ ਵਿੱਚ ਜਾਂਦੇ ਹੋ, ਉੱਥੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਧ ਲੈਣ ਦੇ ਵੇਲੇ ਤੁਹਾਡੇ ਤੇ ਕੋਈ ਹਮਲਾ ਹੋ ਜਾਏਗਾ। ਤੁਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਛੱਡਦੇ ਹੋ,
ਉੱਥੇ ਨਹੀਂ ਪਤਾ ਕਿ ਕੋਈ ਹਮਲਾ ਹੋ ਜਾਏਗਾ। ਤੁਸੀਂ ਗੁਰਦੁਆਰੇ, ਗਿਰਜਾਘਰ, ਮਸਜਿਦ, ਸਿਨੇਗੋਗ ਜਾਂਦੇ ਹੋ। ਖਾਲੀਵਿਲ ਇੱਥੋਂ ਸਾਡੇ ਤੋਂ ਪੌਣਾ ਘੰਟਾ ਦੂਰ ਹੀ ਆ, ਜਿਹੜੀ ਸਿਨੇਗੋਗ ਦੇ ਵਿੱਚ ਜਿਹੜੇ ਯਹੂਦੀਆਂ ਨੂੰ ਮਾਰਿਆ ਜਾਂਦਾ ਆ। ਸੋ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਘਰੋਂ, ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਘਰੇ ਤੁਸੀਂ ਵਾਪਸ ਆਓਗੇ ਜਾਂ ਨਹੀਂ। ਸੋ ਇਹ ਬੜੇ ਅਹਿਮ ਸਵਾਲ ਨੇ ਭੈਣ ਜੀ, ਤੇ ਬਹੁਤ ਵਧੀਆ ਕਿ ਤੁਸੀਂ ਇਹ ਜਿਹੜੇ ਹੈਗੇ ਨੇ ਮੁੱਦੇ ਰੱਖੇ ਨੇ ਅੱਗੇ, ਕਿਉਂਕਿ ਜਦ ਵਿਚਾਰ ਹੁੰਦੀ ਹੈ, ਵਟਾਂਦਰਾ ਹੁੰਦੀ ਹੈ, ਤਾਂ ਫਿਰ ਜਿਹੜਾ ਪ੍ਰਸ਼ਾਸਨ ਆ ਜੀ, ਤਾਂ ਉਹਨੂੰ ਅਸੀਂ ਉਹਦੇ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾ ਸਕਦੇ। ਗੁਰਵਿੰਦਰ ਜੀ, ਇੱਕ ਗੱਲ ਦੱਸਿਓ, ਇਸ ਪੂਰੀ ਵਾਰਦਾਤ ਨੂੰ ਜਦੋਂ ਤੁਸੀਂ ਦੱਸ ਰਹੇ ਸੀਗੇ ਤਾਂ ਉਹਦੇ ਵਿੱਚ ਮੈਨੂੰ ਇੱਕ ਚੀਜ਼ ਦਾ ਮੇਰਾ ਸਵਾਲ ਉੱਠ ਰਿਹਾ ਹੈ ਕਿ ਜਦੋਂ ਉਹਨੇ ਉਸ ਬੱਚੇ ਨੇ ਆਪਣੀ ਦਾਦੀ ਨੂੰ ਮਾਰਿਆ, ਉਹਨੇ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਕੀਤਾ ਉਸ ਚੀਜ਼ ਨੂੰ ਜੀ। ਉਸ ਤੋਂ ਬਾਅਦ ਉਹ ਟਰੱਕ ਲੈਂਦਾ ਤੇ ਐਲੀਮੈਂਟਰੀ ਸਕੂਲ ਜਾਂਦਾ ਹੈ। ਐਲੀਮੈਂਟਰੀ ਸਕੂਲ ਨੂੰ ਹੀ ਉਹਨੇ ਕਿਉਂ ਚੁਣਿਆ? ਉਹ ਐਲੀਮੈਂਟਰੀ ਸਕੂਲ ਦੇ ਵਿੱਚ ਦਾਖਲ ਕਿਉਂ ਹੋਇਆ? ਕੀ ਇਸ ਚੀਜ਼ ਦਾ ਹਜੇ ਕੁਝ ਪਤਾ ਚੱਲ ਪਾ ਰਿਹਾ? ਕਿਉਂਕਿ ਐਲੀਮੈਂਟਰੀ ਸਕੂਲ ਵੀ ਦੱਸਿਆ ਗਿਆ ਵੀ ਉਹਦੇ ਨਜ਼ਦੀਕ ਤਾਂ ਨਹੀਂ ਸੀ, ਆਈ ਥਿੰਕ, ਉਹਦੇ ਘਰ ਦੇ। ਤਾਂ ਫਿਰ ਉਹ ਬੱਚਾ ਮਾਈਂਡ ਦੇ ਵਿੱਚ ਐਲੀਮੈਂਟਰੀ ਸਕੂਲ ਨੂੰ ਰੱਖ ਕੇ ਤੁਰਦਾ ਪਿਆ, ਉਹ ਬੱਚਾ ਜਿਹਦਾ ਐਲੀਮੈਂਟਰੀ ਸਕੂਲ ਦੇ ਵਿੱਚ ਨਾ ਤਾਂ ਉਹ ਪੜ੍ਹਦਾ ਨਾ ਉਹਦਾ ਉਸ ਸਕੂਲ ਦੇ ਨਾਲ ਕੁਝ ਲੈਣਾ ਦੇਣਾ ਹੈ, ਤਾਂ ਉਹਨੇ ਫੋਕਸ ਉਸ ਸਕੂਲ ਨੂੰ ਕਿਉਂ ਕੀਤਾ? ਕਿਉਂ ਨਿਸ਼ਾਨਾ ਉਸ ਸਕੂਲ ਨੂੰ ਹੀ ਬਣਾਇਆ? ਸੋ ਭੈਣ ਜੀ, ਜੋ ਅਸੀਂ ਮਤਲਬ ਦੇਖਦੇ ਹਾਂ ਕਿ ਜੇ ਤੁਸੀਂ ਨਿਊਟਨ ਤੁਸੀਂ ਦੇਖਦੇ ਹੋ, ਜਿਹੜੇ ਕਾਲੋਰਾਡੋ ਵਿੱਚ ਹੋ ਗਿਆ, ਤੁਸੀਂ ਸੈਂਡੀ ਹੁੱਕ ਦੇਖ ਲਓ, ਜਿਹੜੇ ਨਿਊਟਨ ਕਾਲੋਰਾਡੋ ਵਿੱਚ ਹੋਇਆ ਸੀਗਾ, ਉਹ ਇੱਕ ਮੂਵੀ ਥੀਏਟਰ ਵਿੱਚ ਗੋਲੀ ਚਲਾਉਂਦਾ ਹੈ। ਅੱਜ ਬੈਟਮੈਨ ਦੀ ਮੂਵੀ ਚੱਲ ਰਹੀ ਆ, ਅੰਨ੍ਹੇਵਾਹ ਗੋਲੀ ਚਲਾ ਕੇ ਮੈਨੂੰ ਲੱਗਦਾ 22-23 ਵਿਅਕਤੀਆਂ ਨੂੰ ਮਾਰ ਦਿੰਦਾ ਆ। ਤੇ ਫਿਰ ਸੈਂਡੀ ਹੁੱਕ, ਕਨੈਟੀਕਟ, ਜਿੱਥੇ 23 ਬੱਚਿਆਂ ਨੂੰ ਮਾਰਿਆ ਜਾਂਦਾ ਹੈ, ਮੇਰੇ ਖਿਆਲ ਨਾਲ 2 ਟੀਚਰਾਂ ਨੂੰ ਮਾਰਿਆ ਜਾਂਦਾ ਹੈ। ਜਿਹੜੇ ਬੰਦੇ ਇਹੋ ਜਿਹੇ ਕਾਰਨਾਮੇ ਕਰਦੇ ਨੇ, ਵੈਸੇ ਤਾਂ ਇਹੋ ਜਿਹੇ ਦਿਮਾਗ ਦੇ ਵਿੱਚ ਕੀ ਬੀਤਦਾ ਹੋਣਾ, ਕੀ ਗੁਜ਼ਰਦਾ ਹੋਣਾ, ਇਹ ਮੇਰੇ ਖਿਆਲ ਨਾਲ ਕਿਸੇ ਦੇ ਪਾਸ ਦੀ ਗੱਲ ਨਹੀਂ, ਸਿਰਫ ਅਕਾਲ ਪੁਰਖ ਹੀ ਜਾਣਦਾ ਹੈ। ਪਰ ਇਹ ਜ਼ਰੂਰ ਲੱਗਦਾ ਹੈ ਕਿ ਇਹ ਉਹ ਜਗ੍ਹਾ ਜਾਂਦੇ ਨੇ ਜਿੱਥੇ ਭੀੜ ਹੋਵੇ, ਜਿੱਥੇ ਵੱਡਾ ਇਕੱਠ ਹੋਵੇ, ਜਿੱਥੇ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਇੱਕੋ ਵੇਲੇ ਕਰ ਸਕਣ, ਤੇ ਜਿੱਥੇ ਬਾਕੀ ਤਕਰੀਬਨ ਨਿਹੱਥੇ ਹੋਣ। ਕਿਉਂਕਿ ਤੁਸੀਂ ਮੂਵੀ ਥੀਏਟਰ ਜਾਂਦੇ ਹੋ, ਉੱਥੇ ਕੀ ਕਰਨ ਜਾਂਦੇ ਨੇ? ਮੋਡ ਦੇ ਵਿੱਚ ਸਾਰੇ ਬੈਠੇ ਹੁੰਦੇ, ਕੋਈ ਅਲਰਟ ਮੋਡ ਤੇ ਨਹੀਂ ਹੁੰਦਾ, ਕੋਈ ਚਿੰਤਨ ਨਹੀਂ ਹੁੰਦਾ ਕਿ ਕੁਝ ਹੋ ਵੀ ਸਕਦਾ ਹੈ। ਬੱਚੇ ਸਕੂਲ ਵਿੱਚ ਜਾਂਦੇ ਨੇ, ਟੀਚਰ ਸਕੂਲ ਵਿੱਚ ਜਾਂਦੇ ਨੇ, ਤਾਂ ਹੁਣ ਕਿ ਅਸੀਂ ਇੱਥੇ ਪੜ੍ਹਾਉਣਾ ਆ। ਤੁਸੀਂ ਕਿਸੇ ਮੈਦਾਨ ਵਿੱਚ ਤਾਂ ਨਹੀਂ ਹੈਗੇ, ਤੁਸੀਂ ਕਿਸੇ ਜੰਗ ਵਿੱਚ ਤਾਂ ਨਹੀਂ ਹੈਗੇ, ਤੁਸੀਂ ਕਿਸੇ ਸ਼ੂਟਿੰਗ ਰੇਂਜ ਵਿੱਚ ਤਾਂ ਨਹੀਂ ਹੈਗੇ, ਤੁਸੀਂ ਕਿਸੇ ਪੁਲਿਸ ਡਿਪਾਰਟਮੈਂਟ ਵਿੱਚ ਤਾਂ ਨਹੀਂ ਬੈਠੇ, ਤੁਸੀਂ ਹੋਮਲੈਂਡ ਸਿਕਿਉਰਿਟੀ ਦੇ ਦਫ਼ਤਰਾਂ 'ਚ ਤਾਂ ਨਹੀਂ ਬੈਠੇ, ਜਿੱਥੇ ਸਿਕਿਉਰਿਟੀ ਵੀ ਹੈ, ਜਿੱਥੇ ਕੈਮਰੇ ਵੀ ਹੈ, ਜਿੱਥੇ ਬੰਦੇ ਵੀ ਤਾਇਨਾਤ ਨੇ, ਜਿੱਥੇ ਸਾਰਿਆਂ ਦੀ ਟ੍ਰੇਨਿੰਗ ਵੀ ਹੈ। ਸੋ ਇਹ ਲੱਗਦਾ ਆ ਕਿ ਇਹ ਉਹ ਜਗ੍ਹਾ ਚੁਣਦੇ ਨੇ ਜਿੱਥੇ ਸਾਰੇ ਆਰਾਮ ਨਾਲ, ਕੋਈ ਹੋਰ ਚੀਜ਼ ਵੱਲ ਧਿਆਨ ਹੁੰਦਾ ਸਾਰਿਆਂ ਦਾ, ਜਿੱਥੇ ਗਿਣਤੀ ਵੀ ਵੱਡੀ ਹੋਵੇ, ਅਤੇ ਜਿੱਥੇ ਇਹਨਾਂ ਨੂੰ ਇਹ ਮੌਕਾ ਮਿਲੇ ਕਿ ਅਸੀਂ ਸਭ ਤੋਂ ਜ਼ਿਆਦਾ ਨੁਕਸਾਨ ਵੀ ਕਰ ਸਕੀਏ। ਕਿਉਂਕਿ ਇਹ ਵੀ ਹੁਣ ਜਿਵੇਂ ਸੋਸ਼ਲ ਮੀਡੀਆ ਦਾ ਯੁੱਗ ਆ ਜਾਂ ਕੁਛ ਵੀ ਹੈ, ਇਹ ਚਾਹੁੰਦੇ ਨੇ ਕਿ ਜੇ ਕਿਸੇ ਨੇ 2 ਮਾਰੇ ਮੈਂ 4 ਮਾਰਨੇ, ਕਿਸੇ ਨੇ ਜੇ 4 ਮਾਰੇ ਮੈਂ 8 ਮਾਰਨੇ, ਕਿਸੇ ਨੇ ਜੇ 8 ਮਾਰੇ ਮੈਂ 12 ਮਾਰਨੇ ਆ, ਕਿਉਂਕਿ ਫਿਰ ਮੇਰਾ ਨਾਂ ਵੀ ਚੱਲਦਾ ਰਹਿਣਾ ਆ। ਹੁਣ ਦੇਖੋ, ਇਸ ਬੰਦੇ ਨੇ ਇਹੋ ਜਿਹੀ ਘਿਨੌਣੀ ਹਰਕਤ ਕੀਤੀ ਆ, ਪਰ ਹੁਣ ਇਹਦਾ ਨਾਂ, ਇਹਦੀ ਤਸਵੀਰਾਂ ਦੁਨੀਆ ਭਰ ਵਿੱਚ ਜ਼ਾਹਿਰ ਨੇ, ਸਾਰੇ ਨਾਂ ਲੈ ਰਹੇ ਨੇ, ਇਹਦਾ ਨਾਂ ਸ਼ੇਅਰ ਉਹਦੇ ਬਾਰੇ ਗੱਲ ਕਰ ਰਹੇ ਆ। ਸੋ ਇਹ ਕਈ ਚੀਜ਼ਾਂ ਨੇ ਇਹਦੇ ਆਧਾਰ ਦੇ ਵਿੱਚ, ਜੇ ਅਸੀਂ ਮਤਲਬ ਇਹਨੂੰ ਕਈ ਪਹਿਲੂ ਨੇ ਜਿਹਦੇ ਮੇਰੇ ਖਿਆਲ ਨਾਲ ਸਾਨੂੰ ਕਾਫੀ ਬਰੀਕੀ ਵਿੱਚ ਜਾ ਕੇ ਇਹਦੀ ਜੜ੍ਹ ਨੂੰ ਫੜਨਾ ਪਵੇਗਾ। ਕਿਉਂਕਿ ਇਹਦੇ ਨਾਲ ਤਾਂ ਇਹ ਹੁਣ ਅਸੀਂ ਇੰਟਰਵਿਊਜ਼ ਵੀ ਦੇਖ ਰਹੇ ਹਾਂ, ਕੋਈ ਮੈਂ ਹੁਣੇ ਇੱਕ ਐਥਲੀਟ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦਾ ਮੇਰੇ 2 ਬੱਚੇ ਨੇ, ਸਗੋਂ ਉਹ 15-16 ਸਾਲਾਂ ਦੇ, 17 ਸਾਲਾਂ ਦੇ ਨੇ, ਅਤੇ ਮੈਂ ਉਹਨਾਂ ਨੂੰ ਮਾਲ ਵਿੱਚ ਵੀ ਹੁਣ ਇਕੱਲੇ ਨਹੀਂ ਛੱਡਣਾ। ਜੇ ਉਹਨਾਂ ਨੇ ਦੁਕਾਨਾਂ 'ਚ ਵੀ ਜਾਣਾ ਹੈ, ਮੈਂ ਉਹਨਾਂ ਦੇ ਨਾਲ ਜਾਵਾਂਗਾ। ਮੈਂ ਭਾਵੇਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਖੜ੍ਹ ਜਾਵਾਂਗਾ, ਉਹ ਆਪਣੇ ਦੁਕਾਨਾਂ 'ਚ ਜਾ ਕੇ ਯਾਰਾਂ ਦੋਸਤਾਂ ਨਾਲ ਘੁੰਮ ਸਕਦੇ ਨੇ, ਪਰ ਮੈਨੂੰ ਇਹ ਲੱਗਦਾ ਆ ਕਿ ਹੁਣ ਜੇ ਸਕੂਲ ਵੀ ਮਹਿਫੂਜ਼ ਨੇ, ਜੇ ਆਪਣੇ ਇਬਾਦਤ ਘਰ ਵੀ ਮਹਿਫੂਜ਼ ਨੇ, ਜੇ ਗਰੋਸਰੀ ਸਟੋਰ ਤੇ ਤੁਸੀਂ ਗਰੋਸਰੀ ਲੈਂਦੇ ਵੀ ਮਹਿਫੂਜ਼ ਨਹੀਂ, ਫਿਰ ਤੁਸੀਂ ਮਹਿਫੂਜ਼ ਕਿੱਥੇ ਹੋ? ਬਿਲਕੁਲ। ਸੋ ਪਰ ਇਹ ਵੀ ਇਹ ਚਿੰਤਨ ਦਾ ਵਿਸ਼ਾ ਆ ਭੈਣ ਜੀ ਕਿ ਹੁਣ ਜਿਵੇਂ ਅਸੀਂ ਇੱਕ ਯੂਨਾਈਟਿਡ ਸਟੇਟਸ ਨੇ ਇੱਕ ਨਿਊਯਾਰਕ ਬਰੋ ਦੇ ਜਿਹੜਾ ਹੈਗਾ ਆ ਸਿਟੀ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ, ਕਿਉਂਕਿ ਸਾਡੇ 5 ਸਿੱਖਾਂ ਤੇ ਹਮਲੇ ਹੋ ਚੁੱਕੇ ਨੇ ਨਿਊਯਾਰਕ ਦੇ ਵਿੱਚ, ਰਿਚਮੰਡ ਹਿੱਲ ਦੇ ਵਿੱਚ, ਬਜ਼ੁਰਗਾਂ ਦੇ ਉੱਪਰ, ਸਾਡੀ ਇੱਕ ਭੈਣ ਦੇ ਉੱਪਰ। ਤੇ ਇਹ ਸਾਨੂੰ ਲੱਗਦਾ ਆ ਕਿ ਦੇਖੋ, ਬਜ਼ੁਰਗਾਂ ਤੇ ਕਿਉਂ ਹਮਲੇ ਹੋਏ,
ਜੀ ਕਿਉਂਕਿ ਅਗੇਨ ਈਜ਼ੀ ਟਾਰਗੇਟ ਹੈ ਬਿਲਕੁਲ। ਨਾ ਜੀ। ਉਹ ਬੈਠੇ ਨੇ, ਕੋਈ ਆਪਣਾ ਕੋਈ ਸੜਕ ਪਾਰ ਕਰ ਰਿਹਾ ਆ, ਕੋਈ ਆਪਣੀ ਬੈਂਚ ਤੇ ਬੈਠਾ ਆ, ਉਹਦੇ ਤੇ ਤਾਂ ਉਹਨਾਂ ਹਮਲਾ ਦੇ ਕੀਤਾ ਉੱਤੇ ਹਿੱਟ ਜਾਂਦਾ ਆ ਕਰ ਉਹਨਾਂ ਨੂੰ। ਦਿੰਦਾ ਜੀ। ਉਹਨੇ ਹੇਟ ਕ੍ਰਾਈਮਸ ਵਿੱਚ ਨਸਲੀ ਵਾਰਦਾਤਾਂ ਚੱਲਦੀਆਂ ਨੇ, ਤੇ ਨਸਲੀ ਵਾਰਦਾਤ ਬਫਲੋ ਨਿਊਯਾਰਕ ਵਿੱਚ ਹੁੰਦੀ ਆ, ਜਦੋਂ ਇੱਕ ਗੋਰਾ ਵਿਅਕਤੀ ਕਾਲਿਆਂ ਨੂੰ ਮਤਲਬ ਨਿਸ਼ਾਨਾ ਬਣਾਉਂਦਾ ਆ। ਸੋ ਇਹ ਵੀ ਜ਼ਰੂਰੀ ਹੈ ਕਿ ਜਿੱਥੇ ਸਾਨੂੰ ਧਿਆਨ ਦੇਣਾ ਪੈਣਾ ਆ ਕਿ ਜੇ ਹਮਲੇ ਹੋ ਰਹੇ ਨੇ, ਸਾਨੂੰ ਆਪਣੇ ਵੱਲੋਂ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਪਵੇਗਾ ਜ਼ਰੂਰ, ਕਿ ਗੁਰੂ ਸਾਹਿਬ ਦੀ ਜੋ ਹਦਾਇਤ ਹੈ ਕਿ ਅਸੀਂ ਖੁਦ ਵੀ ਥੋੜ੍ਹੇ ਬਹੁਤੇ ਟ੍ਰੇਨਡ ਹੋਈਏ, ਚੌਕਸ ਰਹੀਏ, ਤੇ ਸਾਡੇ ਕੋਲ ਖੁਦ ਵੀ ਸਟੇਟ ਦੇ ਕਾਨੂੰਨ ਦੇ ਅਧੀਨ ਸਾਡੇ ਕੋਲ ਵੀ ਹਥਿਆਰ ਹੋਣੇ ਚਾਹੀਦੇ ਆ, ਕਿ ਜੀ ਘੱਟੋ ਘੱਟ ਅਸੀਂ ਆਪਣੀ ਹਿਫਾਜ਼ਤ ਕਰ ਸਕੀਏ। ਜੇ ਆਪਣੀ ਹਿਫਾਜ਼ਤ ਕਰਾਂਗੇ ਤਾਂ ਹੀ ਕਿਸੇ ਦੀ ਹੋਰ ਕਰ ਸਕਾਂਗੇ। ਪਰ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਇਹ ਕਾਨੂੰਨ ਨੇ, ਇਹ ਢਿੱਲੇ ਇੰਨੇ ਹੋ ਰਹੇ ਨੇ ਕਿ ਜਿਹੜਾ ਜਿਹਦਾ ਵੀ ਵਿਅਕਤੀ ਹਾਂ ਉਹ ਬੰਦੂਕ ਲੈ ਜਿੱਦਾਂ ਸਕਦਾ। ਕਾਫੀ ਹੱਦ ਤੱਕ ਮਿਸਯੂਜ਼ ਜਿਹੜਾ ਹੁੰਦਾ ਉਹ ਦੇਖਦੇ ਆ। ਜਦੋਂ ਜੀ ਬਲੈਕ ਲਾਈਵ ਮੂਵਮੈਂਟ ਚੱਲੀ ਸੀਗੀ ਉਸ ਦੌਰਾਨ ਵੀ ਗੁਰਵਿੰਦਰ ਜੀ ਕਾਫੀ ਹੱਦ ਤੱਕ ਇਹ ਚੀਜ਼ਾਂ ਦੇਖੀਆਂ ਸੀ ਕਿ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਪੁਲਿਸ ਅਧਿਕਾਰੀਆਂ ਵੱਲੋਂ ਵੀ ਤੁਹਾਡੀ ਇੱਕ ਇੰਨੀ ਕੁ ਸੀਮਾ ਹੈ, ਤੁਸੀਂ ਇਹਦੇ ਸਾਈਡ ਤੇ ਤੁਰ ਕੇ ਇੱਥੇ ਹੀ ਜਿਹੜਾ ਆਪਣਾ ਪ੍ਰੋਟੈਸਟ ਕਰਨਾ ਹੈ। ਉਸ ਪ੍ਰੋਟੈਸਟ ਦੇ ਵਿੱਚ ਕਾਫੀ ਹੱਦ ਤੱਕ ਇਹ ਗੱਲ ਕਹਿਣ ਤੋਂ ਬਾਅਦ ਜਦੋਂ ਉੱਥੇ ਦੇਖਿਆ ਗਿਆ ਸੀ ਵੀ ਜਿਹੜੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਲੋਕ ਸੀ ਜਾਂ ਆਲੇ ਦੁਆਲੇ ਜਿਹੜੇ ਲੋਕ ਖੜੇ ਸੀ, ਉਹਨਾਂ ਨੇ ਹੱਥ ਦੇ ਵਿੱਚ ਵੀ ਹਥਿਆਰ ਫੜੇ ਹੋਏ ਸੀਗੇ। ਉਹਨਾਂ ਨੇ ਉਹ ਹਥਿਆਰ ਇਸ ਲਈ ਫੜੇ ਸੀ, ਜੋ ਕਿ ਰਿਪੋਰਟਾਂ ਦੱਸਦੀਆਂ ਨੇ ਕਿ ਉੱਥੇ ਕੋਈ ਧਾਂਦਲੀ ਮਚ ਗਈ, ਕੋਈ ਪਰੇਸ਼ਾਨੀ ਹੋ ਗਈ, ਕੋਈ ਲੜਾਈ ਹੋ ਗਈ, ਤਾਂ ਉੱਥੇ ਹਥਿਆਰ ਹੋਣੇ ਜਿਹੜੇ ਜ਼ਰੂਰੀ ਹੈ ਤਾਂ ਕਿ ਸੇਫਟੀ ਕੀਤੀ ਜਾ ਸਕੇ। ਹੁਣ ਉਹ ਸੇਫਟੀ ਦੇ ਵਿੱਚ ਕੋਈ ਵੀ ਪਰਸਨ ਕੋਈ ਸ਼ਰਾਰਤ ਕਰ ਦਿੰਦਾ, ਕੁਝ ਵੀ ਕਰ ਦਿੰਦਾ, ਜਾਂ ਕਈ ਸ਼ਰਾਰਤੀ ਅੰਸਰ ਵਿੱਚ ਇਹੋ ਜਿਹੇ ਵੜੇ ਹੁੰਦੇ ਨੇ ਜਿਹੜਾ ਇੱਦਾਂ ਦੀਆਂ ਮੂਵਮੈਂਟਸ ਨੂੰ ਵੀ ਫੇਲ ਕਰਦੇ ਨੇ, ਉਹ ਵੀ ਇਹਦਾ ਕਾਫੀ ਹੱਦ ਤੱਕ ਮਿਸਯੂਜ਼ ਜਿਹੜਾ ਕਰ ਸਕਦੇ ਸੀ। ਗੁਰਵਿੰਦਰ ਜੀ, ਲਾਅ ਕੀ ਜੀ ਕਹਿੰਦਾ ਉੱਥੇ ਹਥਿਆਰਾਂ ਦਾ? ਇਹ ਲਾਅ ਦੇ ਵਿੱਚ ਇੰਨੀ ਢਿੱਲ ਦੇਣੀ, ਇੱਕ ਪਾਸੇ ਜਦੋਂ ਸੈਲਫ ਡਿਫੈਂਸ ਦੀ ਗੱਲ ਆਉਂਦੀ ਹੈ, ਇੱਕ ਪਾਸੇ ਹੁੰਦਾ ਕਿ ਆਪਣੀ ਰੱਖਿਆ ਕਰੋ, ਦੂਜਿਆਂ ਦੀ ਵੀ ਕਰੋ। ਹੁਣ ਇਹਦੀ ਜੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ? ਸਪੈਸ਼ਲੀ ਮੈਂ ਇਸ ਵੇਲੇ ਟੈਕਸਸ ਦਾ ਵੀ ਤੁਹਾਨੂੰ ਪੁੱਛਣਾ ਚਾਹਾਂਗੀ ਵੀ ਟੈਕਸਸ ਦਾ ਜੀ ਜਿਹੜਾ ਕਾਨੂੰਨ ਹੈ ਇਸ ਸੰਬੰਧੀ, ਹਥਿਆਰਾਂ ਸੰਬੰਧੀ, ਉਹ ਕੀ ਕਹਿੰਦਾ ਹੈ ਕਿ ਇੱਕ 18 ਸਾਲ ਦਾ ਬੱਚਾ ਜਦੋਂ ਗਨ ਲੈ ਰਿਹਾ, ਬਾਈ ਕਰ ਰਿਹਾ ਹੈ, ਉਹਨੂੰ ਅਲਾਉ ਤਾਂ ਕਰ ਦਿੱਤਾ ਗਿਆ ਵੀ ਉਹ ਗਨ ਲੈ ਸਕਦਾ ਹੈ, ਪਰ ਉਹਦਾ ਕੋਈ ਜੀ ਬੈਕਗਰਾਉਂਡ ਜਾਂਚ ਪੜਤਾਲ ਹੋ ਸਕੇ, ਉਹ ਬੱਚਾ ਮੈਂਟਲੀ ਸਿਕ ਹੈ, ਮੈਂਟਲੀ ਪਰੇਸ਼ਾਨੀ ਦਾ ਹੈਗਾ ਉਹਦੇ ਵਿੱਚ, ਉਹਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਜਾਂਦੀ? ਨਹੀਂ ਜੀ, ਸੋ ਟੈਕਸਸ ਵਿੱਚ ਨਹੀਂ ਕੀਤੀ ਜਾਂਦੀ। ਸੋ ਟੈਕਸਸ ਦੇ ਵਿੱਚ ਜੋ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਕਿ 18 ਸਾਲ ਦਾ ਬੱਚਾ ਬੰਦੂਕ ਲੈ ਸਕਦਾ ਆ, ਅਸਲਾ ਵੀ ਲੈ ਸਕਦਾ ਆ। ਆਟੋਮੈਟਿਕ ਵੈਪਨਸ ਤੇ ਥੋੜ੍ਹੀ ਬਹੁਤੀ ਰੋਕ ਟੋਕ ਹੈ, ਉਹਦੇ ਬਾਰੇ ਵੀ ਤੁਸੀਂ ਵੇਵਰ ਲੈ ਸਕਦੇ। ਪਰ ਜਿਵੇਂ ਜਿਹੜਾ AR-15 ਹੈ, ਸੈਮੀ ਆਟੋਮੈਟਿਕ ਰਾਈਫਲ ਹੈਗੀ ਆ, ਲੌਂਗ ਰਾਈਫਲ, ਸੋ ਉਹਦੇ ਵਿੱਚ ਤੁਹਾਨੂੰ ਬੈਕਗਰਾਊਂਡ ਚੈੱਕ ਵੀ ਕਰਾਉਣ ਦੀ ਜ਼ਰੂਰਤ ਨਹੀਂ, ਤੁਹਾਨੂੰ ਇੱਕ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ, ਤੁਹਾਨੂੰ ਟ੍ਰੇਨਿੰਗ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਇਹ ਵੀ ਨਹੀਂ ਜ਼ਰੂਰਤ ਕਿ ਤੁਹਾਨੂੰ ਨਿਸ਼ਾਨੇਬਾਜ਼ੀ ਆਉਂਦੀ ਆ, ਤੁਹਾਨੂੰ ਬੰਦੂਕ ਚਲਾਉਣੀ ਵੀ ਆਉਂਦੀ ਹੈ ਜਾਂ ਨਹੀਂ ਆਉਂਦੀ। ਸੋ ਇਹ ਜਿਹੜੇ ਢਿੱਲ ਹੈ, ਇਹ ਆਉਂਦੀ ਆ ਅਧੀਨ, ਇਹਦੇ ਅਧੀਨ ਆ ਜੀ ਜਦੋਂ ਆਪਣੇ ਕੌਨਸਟੀਟਿਊਸ਼ਨ ਆ ਯੂਨਾਈਟਿਡ ਸਟੇਟਸ ਦੀ, ਉਹ ਹੈਗੀ ਆ ਕਿ ਸੈਕੰਡ ਅਮੈਂਡਮੈਂਟ ਦੇ ਅਧੀਨ ਦਾ ਰਾਈਟ ਟੂ ਬੇਅਰ ਆਰਮਸ। ਜੀ ਤੇ ਇਹ ਉਹਦੇ ਤੋਂ ਆਉਂਦੀ ਆ ਕਿ ਜਦ ਅਮਰੀਕਾ ਅੰਗਰੇਜ਼ਾਂ ਦੇ ਅਧੀਨ ਸੀ, ਇੰਗਲੈਂਡ ਦੇ ਅਧੀਨ ਸੀ, ਤਾਂ ਫਿਰ ਇੰਗਲੈਂਡ ਨੇ ਕਿ ਇਹੋ ਜਿਹੇ ਕਾਨੂੰਨ ਬਣਾਏ ਸੀ ਕਿ the forceful quartering of soldiers, ਕਿ ਜਿਹੜੇ ਸਿਪਾਹੀ ਸੀਗੇ ਇੰਗਲੈਂਡ ਦੇ, ਕਿ ਜਿਹੜੇ ਵਸਿੰਦੇ ਸੀਗੇ ਅਮਰੀਕਾ ਦੇ, ਕਿ ਉਹਨਾਂ ਨੂੰ ਤੁਹਾਨੂੰ ਆਪਣੇ ਘਰੇ ਰੱਖਣਾ ਪੈਂਦਾ ਸੀਗਾ, ਉਹਨਾਂ ਦੀ ਜੀ ਹਜ਼ੂਰੀ ਕਰਨੀ ਪੈਂਦੀ ਸੀਗੀ, ਉਹਨਾਂ ਦੀ ਮਹਿਮਾਨ ਨਵਾਜ਼ੀ ਕਰਨੀ ਪੈਂਦੀ ਸੀਗੀ, ਉਹਨਾਂ ਨੂੰ ਖਾਣਾ ਪਿਲਾਉਣਾ, ਸਾਰਾ ਕੁਝ ਰਹਿਣ ਸਹਿਣ ਦਾ ਧਿਆਨ ਦੇਣਾ ਪੈਂਦਾ ਸੀਗਾ, ਤੇ ਉਹ ਧੱਕੇ ਨਾਲ ਕਰਦੇ ਸੀਗੇ ਕਿ ਤੁਹਾਨੂੰ ਰੱਖਣਾ ਹੀ ਪੈਣਾ ਹੈ। ਤੇ ਫਿਰ ਇਹ ਵੀ ਸੀਗਾ ਕਈ ਹੋਰ ਜਿਵੇਂ ਟੈਕਸੇਸ਼ਨ ਵਿਦਆਊਟ ਰੈਪਰੈਜ਼ੈਂਟੇਸ਼ਨ, ਕਈ ਹੋਰ ਨਿਯਮ ਉਹਨਾਂ ਨੇ ਬਣਾਏ ਸੀਗੇ। ਸੋ ਜਦ ਇਹ ਕੌਨਸਟੀਟਿਊਸ਼ਨ ਲਿਖੀ ਜਾਂਦੀ ਆ ਕਿ ਸਟੇਟ ਕੋਲ ਇੱਕ ਮਲੇਸ਼ੀਆ ਚਾਹੀਦਾ ਜਿਹੜੀ ਆਪਣੀ ਹਿਫਾਜ਼ਤ ਲਈ ਖੜੀ ਹੋ ਸਕੇ, ਆਪਣੀ ਹਿਫਾਜ਼ਤ ਕਰ ਸਕੇ, ਤੇ ਕਿਸੇ ਦੇ ਅਧੀਨ ਤੁਸੀਂ ਗੁਲਾਮੀ ਨਾ ਜਰ ਸਕੋ, ਜਾਂ ਤੁਹਾਨੂੰ ਗੁਲਾਮ ਨਾ ਕੋਈ ਰੱਖ ਸਕੇ, ਕੋਈ ਸਰਕਾਰ ਨਾ ਰੱਖ ਸਕੇ। ਸੋ ਇਹ ਜਿਹੜਾ ਨਿਯਮ ਆ ਸੈਕੰਡ ਅਮੈਂਡਮੈਂਟ ਦਾ ਕਿ ਰਾਈਟ ਟੂ ਬੇਅਰ ਆਰਮਸ, ਇਹਦੇ ਹੀ ਅਧੀਨ ਕੋਈ ਇਹਨੂੰ ਲਿਟਰਲੀ ਟ੍ਰਾਂਸਲੇਟ ਕਰ ਲੈਂਦਾ ਆ ਕਿ ਰਾਈਟ ਟੂ ਬੇਅਰ ਆਰਮਸ, ਕਿ ਤੁਸੀਂ ਜੋ ਮਰਜ਼ੀ ਰੱਖੋ, ਜਦੋਂ ਮਰਜ਼ੀ ਰੱਖੋ, ਜਿਹੜਾ ਮਰਜ਼ੀ ਰੱਖੇ। ਕੋਈ ਹੈਗੇ ਕਿ ਚਲੋ ਇਹਨੂੰ ਰੱਖ ਸਕਦੇ ਹੋ, ਪਰ ਥੋੜ੍ਹੇ ਬਹੁਤੇ ਇਹਦੀ ਰੂਪ ਰੇਖਾ ਵੀ ਦੇਣੀ ਪਵੇਗੀ, ਇਹਦੇ ਕੋਈ ਢਾਂਚੇ ਵੀ, ਇਹਦਾ ਕੋਈ ਢਾਂਚਾ ਵੀ ਰੱਖਣਾ ਪਵੇਗਾ, ਇਹਦੇ ਕੋਈ ਅਸੂਲ ਤੇ ਨਿਯਮ ਵੀ ਰੱਖਣੇ ਪੈਣੇ ਨੇ। ਸੋ ਇਹ ਹਰ ਸਟੇਟ ਦੇ ਵੱਖਰੇ ਵੱਖਰੇ ਨਿਯਮ ਨੇ, ਹਰ ਸਟੇਟ ਦੇ ਵੱਖਰੇ ਵੱਖਰੇ ਕਾਨੂੰਨ ਨੇ। ਫੈਡਰਲ ਗਵਰਨਮੈਂਟ ਦੇ ਕਾਨੂੰਨ ਹੈਗੇ ਨੇ, ਜੋ ਉਹਨਾਂ ਦੇ ਬ੍ਰੇਡੀ ਬਿੱਲ ਪਾਸ ਕੀਤਾ ਸੀਗਾ 1992 ਦੇ ਵਿੱਚ, ਜੋ ਅਸਾਲਟ ਰਾਈਫਲ ਬੈਨ ਸੀਗਾ, ਉਹ ਤਕਰੀਬਨ 2017 ਦੇ ਵਿੱਚ, ਜਿਵੇਂ ਨਾ ਗਲਤ ਹੋਵਾਂ, ਉਹ ਪਾਸ ਉਹ ਤੁਸੀਂ ਕਹਿ ਸਕਦੇ ਹੋ ਕਿ 25 ਸਾਲ ਦਾ ਸੀਗਾ ਕਾਨੂੰਨ, ਤੇ ਫਿਰ ਉਹਨੂੰ ਦੁਬਾਰਾ ਤੁਹਾਨੂੰ ਰੀਐਨੈਕਟ ਕਰਨਾ ਪੈਂਦਾ ਹੈ, ਉਹ ਦੁਬਾਰਾ ਨਹੀਂ ਕੀਤਾ। ਜਿਹੜਾ ਅਸਾਲਟ ਵੈਪਨਸ ਬੈਨ ਸੀਗਾ ਉਹ ਸੀਗਾ ਬ੍ਰੇਡੀ ਬਿੱਲ। ਬ੍ਰੇਡੀ ਉਹ ਸੀਗਾ ਕਿ ਜਦ ਪ੍ਰੈਜ਼ੀਡੈਂਟ ਰੇਗਨ ਤੇ ਹਮਲਾ ਕੀਤਾ ਜਾਂਦਾ ਆ,
ਉਹਨੂੰ ਅਸੈਸੀਨੇਟ ਕਰ ਇੱਕ ਨੁਮਾਇੰਦਾ ਸੀਗਾ ਪ੍ਰੈਜ਼ੀਡੈਂਟ ਰੇਗਨ ਦਾ, ਤੇ ਫਿਰ ਉਹਨੇ ਆਪਣੀ ਇੱਕ ਜੀਵਨ ਦਾ ਮੰਤਵ ਬਣਾ ਲਿਆ ਸੀਗਾ ਕਿ ਮਤਲਬ ਅਸੀਂ ਇਹ ਜਿਹੜੇ ਅਸਲੇ ਨੇ ਇਹਨਾਂ ਦੇ ਖਿਲਾਫ ਅਸੀਂ ਕੋਈ ਪਾਬੰਦੀ ਲਾ ਸਕੀਏ। ਸ਼ਹਿਰੀ ਜੀ, ਆਪਣੇ ਤੁਹਾਡੇ ਗੈਸਟ ਗੁਰਵਿੰਦਰ ਸਿੰਘ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇਹ ਜਿਹੜੀ ਤੁਸੀਂ ਟਾਕ ਸ਼ੋ ਕਰ ਰਹੇ ਹੈ, ਬੜਾ ਮੰਦਭਾਗਾ ਹੈ ਜਿਹੜੀ ਟੈਕਸਸ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ। ਇਹ ਸਾਡੀ ਸਾਰੀ ਦੁਨੀਆ ਦੇ ਲਈ ਸ਼ਰਮਨਾਕ ਹੈ, ਕਿਉਂਕਿ ਨਿੱਕੇ ਨਿੱਕੇ ਬੱਚੇ ਤੇ 2 ਟੀਚਰ ਜਿਹੜੇ ਇਸ ਹਾਦਸੇ ਦੇ ਵਿੱਚ ਚਲੇ ਗਏ, ਉਹਨਾਂ ਦਾ ਜਿਹੜਾ ਜਾਣਾ ਇਹ ਸਾਡੇ ਇਨਸਾਨੀਅਤ ਲਈ ਸ਼ਰਮਨਾਕ ਗੱਲ ਹੈ। ਕਿਉਂਕਿ ਇਨਸਾਨ ਤਾਂ ਇਨਸਾਨ ਦੀ ਰੱਖਿਆ ਕਰਦਾ, ਤੇ ਇੱਥੇ ਤੁਸੀਂ ਅਮਰੀਕਾ ਵਰਗੇ ਕੰਟਰੀ ਦੇ ਵਿੱਚ, ਕਿਉਂਕਿ ਅਸੀਂ ਤਾਂ ਇਹਨਾਂ ਦੇ ਗੁਆਂਢੀ ਹਾਂ, ਪਰ ਇਹ ਬਹੁਤ ਵੱਡਾ ਚੈਲੰਜ ਹੈ। ਇਹ ਇੱਕ ਘਟਨਾ ਨਹੀਂ, ਇਹ ਪਿਛਲੇ 15-20 ਸਾਲ ਤੋਂ ਤਾਂ ਬੜੀਆਂ ਸਾਲ ਦੇ ਵਿੱਚ 3-3 4-4 ਵਾਰ ਹੋ ਰਹੀਆਂ। ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ। ਇਹਨਾਂ ਨੇ ਵੀ ਡਿਸਕਸ ਦੇ ਵਿੱਚ ਕਿ ਫੈਡਰਲ ਢਾਂਚਾ, ਪ੍ਰੋਫੈਸ਼ਨਲ ਢਾਂਚਾ ਕਿਵੇਂ ਅਮਰੀਕਾ ਦੇ ਵਿੱਚ ਜਿਹੜੇ ਇਹ ਗਨ ਦੇ ਉੱਤੇ ਲੋਕਾਂ ਨੇ ਬੜੇ ਰੌਲੇ ਪਾਏ, ਬੜੇ ਸਾਈਨ ਹੋਏ, ਬੜੇ ਪ੍ਰੋਟੈਸਟ ਹੋਏ, ਪਰ ਇਹ ਸਰਕਾਰਾਂ ਜਿਹੜੀਆਂ ਇਹ ਅੱਖਾਂ ਮੀਚ ਕੇ ਬਹਿ ਗਈਆਂ ਔਰ ਇਹ ਕੁਛ ਨਹੀਂ ਕਰਦੀਆਂ। ਔਰ ਇਹ ਏਡਾ ਮਸਲਾ ਹੈ ਇੱਕ ਅਮਰੀਕਾ ਦੇ ਵਿੱਚ ਗਨ ਦਾ ਜਿਹੜਾ, ਕਿਉਂਕਿ ਜਦੋਂ ਤੁਸੀਂ ਆਪਾਂ ਗੱਲਾਂ ਕਰਦੇ ਜੀ, ਤੁਸੀਂ ਵੀ ਇਹ ਚੀਜ਼ ਜਿਹੜੀ ਇਹ ਇਨਸਾਨੀਅਤ ਢਾਂਚਾ ਥੋੜ੍ਹਾ, ਫੈਡਰਲ ਢਾਂਚਾ ਥੋੜ੍ਹਾ ਵੀ ਤੁਸੀਂ ਗਨ ਹਰ ਇੱਕ ਬੱਚੇ ਨੂੰ ਦੇਈ ਜਾਓ ਔਰ ਗਨ ਦਾ ਹੀ ਸਮਾਜ ਸਿਰਜ ਦਿਓ। ਗਨ ਦਾ ਸਮਾਜ ਸਿਰਜਣਾ ਤਾਂ ਸਾਡੇ ਲਈ ਬੜੀ ਮੰਦਭਾਗੀ ਗੱਲ ਹੈ, ਕਿਉਂਕਿ ਗੰਨਾਂ ਤਾਂ ਅਸੀਂ ਬੰਦ ਕਰਨੀਆਂ। ਐਜੂਕੇਸ਼ਨ ਦਾ ਮੇਨ ਕੀ ਹੁੰਦਾ? ਐਜੂਕੇਸ਼ਨ ਦਾ ਤਾਂ ਮੇਨ ਇਹ ਹੈ ਕਿ ਅਸੀਂ ਵਾਇਲੈਂਸ ਤੋਂ ਬੜੇ ਦੂਰ ਚਲੇ ਜਾਈਏ। ਔਰ ਅਮਰੀਕਾ ਵਰਗੇ ਕੰਟਰੀ ਦੇ ਵਿੱਚ, ਹੋਰਨਾਂ ਕੰਟਰੀਆਂ 'ਚ ਤਾਂ ਤੁਸੀਂ ਦੇਖ ਲਓ ਵੀ ਉੱਥੇ ਤਾਂ ਇੰਨਾ ਸਿਸਟਮ ਵਧੀਆ ਨਹੀਂ, ਪਰ ਅਮਰੀਕਾ ਦੇ ਵਿੱਚ ਇਹ ਹਾਦਸੇ ਹੋਣੇ ਇੱਕ ਬੜੀ ਸ਼ਰਮਨਾਕ ਗੱਲ ਹੈ। ਸੋ ਇਹਨੂੰ ਅਸੀਂ ਸੁਧਾਰ ਤਾਂ ਸਕਦੇ ਨਹੀਂ, ਜਿਵੇਂ ਤੁਸੀਂ ਭਾਈ ਸਾਹਿਬ ਕਹਿ ਕੇ ਹਟੇ ਕਿ ਅਸੀਂ ਇਹਦੇ ਤੇ ਵਿਚਾਰ ਕਰ ਸਕਦੇ ਹਾਂ। ਸਾਡੀ ਤਾਂ ਵਿਚਾਰਧਾਰਾ ਇਹੀ ਹੈ ਕਿ ਜਿਹੜੀ ਗਨ ਹੈ ਇਹ ਸਟਾਪ ਹੋਣੀ ਚਾਹੀਦੀ ਹੈ, ਬਿਲਕੁਲ ਬੰਦ ਹੋਣੀ ਚਾਹੀਦੀ ਹੈ। 18 ਸਾਲ ਦਾ ਬੱਚਾ ਜਦੋਂ ਉਹਨੂੰ ਬਾਅਦ ਚ ਮੈਡੀਕਲੀ ਚੈੱਕ ਕਰਦੇ ਆ, ਕੋਈ ਕਹਿੰਦਾ ਜੀ ਮੈਂਟਲੀ ਸੀਗਾ, ਹੁਣ ਇੱਕ ਬੰਦਾ ਮੈਂਟਲੀ ਤਾਂ ਡਿਕਲੇਅਰ ਹੋ ਗਿਆ, ਪਰ ਉਹ ਕਿੰਨੀਆਂ ਜਾਨਾਂ ਲੈ ਗਿਆ। ਕਿੰਨੇ ਘਰਾਂ ਦੇ ਜਿਹੜੇ ਚਿਰਾਗ ਆ ਉਹਨੇ ਬੁਝਾਤੇ, ਪਰ ਉਹ ਤਾਂ ਆਪ ਵੀ ਖਤਮ ਹੋ ਗਿਆ। ਸੋ ਇਹਦੇ ਵਿੱਚ ਸਰਕਾਰ ਦੇ ਨਾਲ ਨਾਲ ਜਿਹੜੀ ਪੁਲਿਸ ਢਾਂਚਾ ਦੀ ਅਮਰੀਕਾ ਦਾ, ਜਦੋਂ ਆਪਾਂ ਇਹਦੇ ਬਾਰੇ ਵੀ ਦੇਖਦੇ ਹਾਂ, ਇਹ ਵੀ ਕਈਆਂ ਥਾਵਾਂ ਦੇ ਉੱਤੇ ਸੌ ਜਾਂਦਾ। ਜਿਵੇਂ ਤੁਸੀਂ ਕਿਹਾ ਵੀ ਇਹ ਬੜੇ ਨਹੀਂ, ਅਸੀਂ ਵੀ ਦੇਖਦੇ ਰਹੇ। ਇਹ 45 ਮਿੰਟ ਦੇ ਐਡਾ ਵੱਡਾ ਹਾਦਸਾ ਹੋਇਆ ਔਰ 45 ਮਿੰਟ ਪੁਲਿਸ ਉੱਥੇ ਅੰਦਰ ਨਹੀਂ ਜਾ ਸਕੀ। ਇਹ ਵੀ ਇੱਕ ਸਵਾਲ ਹੈ, ਪਰ ਇਹ ਸਵਾਲ ਬਣ ਕੇ ਰਹਿ ਜਾਣੇ, ਸਵਾਲ ਬਣ ਕੇ। ਜਿਹੜੀ ਇਸ ਢਾਂਚੇ ਦੇ ਵਿੱਚ, ਡੈਮੋਕ੍ਰੇਸੀ ਢਾਂਚੇ ਦੇ ਵਿੱਚ ਇਹ ਚੀਜ਼ਾਂ ਸਵਾਲ ਬਣ ਕੇ ਰਹਿ ਜਾਣੀਆਂ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ, ਪੋਲੀਟੀਕਲੀ ਵੀ ਚੈਲੰਜ ਹੈ ਤੇ ਇਨਸਾਨੀਅਤ ਵੀ ਚੈਲੰਜ ਹੈ। ਸੋ ਇਹਦੇ ਤੇ ਤਾਂ ਆਪਾਂ ਜਿੰਨਾ ਸੋਗ ਮਨਾ ਸਕਦੇ ਹਾਂ ਉਹ ਉਹੀ ਹੈ। ਵੀ ਮੈਂ ਤਾਂ ਫਿਰ ਮੇਰਾ ਸਿਰ ਝੁਕਦਾ ਕਿ ਉਹਨਾਂ ਪਰਿਵਾਰਾਂ ਦੇ ਨਾਲ ਸਿੰਪਥੀ ਹੈ ਕਿ ਜਿਨ੍ਹਾਂ ਦੇ ਬੱਚੇ ਚਲੇ ਗਏ। ਸੋ ਇਹੀ ਮੇਰੇ ਵਿਚਾਰ ਸੀ। ਥੈਂਕ ਯੂ ਤੁਹਾਡਾ ਸਮਾਂ ਦੇਣ ਨਾਲ, ਧੰਨਵਾਦ ਜੀ। ਥੈਂਕ ਯੂ ਬਰਾੜ ਸਾਹਿਬ। ਕੈਲਗਰੀ ਤੋਂ ਜਿਹੜੇ ਕਾਲਰ ਕਾਲ ਕਰ ਰਹੇ ਸੀ, ਪਲੀਜ਼ ਉਹ ਕਾਲ ਕਰ ਸਕਦੇ ਨੇ। ਗੁਰਵਿੰਦਰ ਜੀ, ਜਿਵੇਂ ਕਿ ਬਰਾੜ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ, ਅਸੀਂ ਜਿੰਨੀ ਮਰਜ਼ੀ ਆਪਣੀ ਪਿੱਠ ਥਪਥਪਾ ਲਈਏ ਕਿ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹਾਂ, ਵੱਡੀਆਂ ਵੱਡੀਆਂ ਮੱਲਾਂ ਮਾਰ ਲਿਆ, ਅਮਰੀਕਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਹੈ। ਸ਼ਕਤੀਸ਼ਾਲੀ ਮੁਲਕ ਦੀ ਜਿਹੜੀ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ ਸੁਰੱਖਿਆ ਪੱਖੋਂ, ਜੇ ਉੱਥੋਂ ਦੇ ਆਪਣੇ ਜਿਹੜੇ ਉਹਨਾਂ ਦੇ ਲੋਕਲ ਵਸਨੀਕ ਹੈ ਜੇ ਉਹੀ ਸੁਰੱਖਿਅਤ ਨਹੀਂ ਹੈ ਤਾਂ ਕਾਹਦਾ ਸ਼ਕਤੀਸ਼ਾਲੀ ਕੰਟਰੀ। ਔਰ ਸਭ ਤੋਂ ਜ਼ਿਆਦਾ ਜਿਹੜੇ ਮਾਮਲੇ ਨੇ, ਅਸੀਂ ਜਿਵੇਂ ਕਿ ਗੱਲ ਕੀਤੀ ਪਿਛਲੇ ਕਾਫੀ ਸਾਲਾਂ ਤੋਂ, ਅਸੀਂ ਸਭ ਤੋਂ ਜ਼ਿਆਦਾ ਮਾਮਲੇ ਸੁਣ ਹੀ ਅਮਰੀਕਾ ਤੋਂ ਰਹੇ ਹਾਂ। ਸਰਕਾਰਾਂ ਬਦਲ ਗਈਆਂ, ਕਿਹਾ ਜਾਂਦਾ ਸੀ ਕਿ ਹੁਣ ਸਰਕਾਰ ਬਦਲ ਗਈ ਤੇ ਹੁਣ ਨਵੀਂ ਸੁਰੱਖਿਆ ਨੀਤੀ ਜਿਹੜੀ ਹੈ ਉਹ ਸ਼ੁਰੂ ਹੋ ਜਾਣੀ ਹੈ। ਕੀ ਆਹ ਸੁਰੱਖਿਆ ਨੀਤੀ ਹੈ? ਈਵਨ ਕਿ ਅਸੀਂ ਖੁਦ ਦੇਖਿਆ ਕਿ ਜੋ ਬਾਈਡਨ ਇਸ ਚੀਜ਼ ਨੂੰ ਗਲਤ ਕਹਿੰਦੇ ਹੋਏ ਕਹਿ ਰਹੇ ਸੀ ਕਿ ਰੁਕਣੀ ਚਾਹੀਦੀ ਤਾਂ ਚਾਹੀਦੀ, ਉਹ ਆਪਣੇ ਆਪ ਨੂੰ ਵੀ ਸਵਾਲ ਕਰ ਰਹੇ ਸੀ, ਪਰ ਰੋਕਣੀ ਕੀ ਨੇ ਹੈ? ਇਸ ਚੀਜ਼ ਦਾ ਜਵਾਬ ਜਿਹੜਾ ਤੁਹਾਡੇ ਤੋਂ ਜ਼ਰੂਰ ਅਸੀਂ ਚਾਹਾਂਗੇ। ਨਾਲ ਦੀ ਨਾਲ ਮੇਰੇ ਕਾਲਰ ਜਿਹੜੇ ਕਾਲ ਕਰ ਰਹੇ ਨੇ ਉਹਨਾਂ ਦੀ ਕਾਲ ਅਟੈਂਡ ਕਰਾਂਗੇ। ਗੁਰਵਿੰਦਰ ਜੀ, ਇਹ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ ਔਰ ਮੈਨੂੰ ਲੱਗਦਾ ਵਾਕਈ ਇਹ ਵੀ, ਜਿਵੇਂ ਕਿ ਬਰਾੜ ਸਾਹਿਬ ਨੇ ਵੀ ਕਿਹਾ, ਵੀ ਸਵਾਲ ਬਣ ਕੇ ਹੀ ਰਹਿ ਜਾਣਾ ਜੇ ਇਹਨਾਂ ਨੂੰ ਅਸੀਂ ਚੱਕਾਂਗੇ ਨਹੀਂ। ਜੇ ਸਰਕਾਰਾਂ ਹੁਣ ਵੀ 19 ਬੱਚਿਆਂ ਦੀ ਮੌਤ ਹੋ ਗਈ, 2 ਅਧਿਆਪਕ ਚਲੇ ਗਏ, ਜੇ ਇਸ ਤੋਂ ਬਾਅਦ ਵੀ ਜੇ ਹਾਦਸੇ ਹੁੰਦੇ ਰਹਿੰਦੇ ਨੇ ਤਾਂ ਅਸੀਂ ਕਿੱਥੇ ਟਿਕਦੇ ਹਾਂ? ਕੀ ਕੀਤਾ ਜਾ ਸਕਦਾ ਹੈ? ਕੌਣ ਇਹਨਾਂ ਨੂੰ ਰੋਕ ਸਕਦਾ ਹੈ? ਇਸ ਚੀਜ਼ ਦਾ ਪਲੀਜ਼ ਆਨਸਰ ਦੇਣਾ, ਕਿਉਂਕਿ ਤੁਸੀਂ ਇਸ ਵੇਲੇ ਲੋਕਲ ਏਰੀਆ 'ਚ ਬੈਠੇ ਹੋ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬੋਲਦੀ ਕੈਂਟਰੀ ਤੋਂ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਗੁਰਿੰਦਰ ਸਿੰਘ ਆਏ ਹੋਏ ਨੇ, ਉਹਨਾਂ ਨੂੰ ਕੈਂਟਰੀ ਸਤਿ ਸ਼੍ਰੀ ਅਕਾਲ।
ਜੀ ਸਹੀ ਗੱਲ ਸੋ ਜਿਹੜਾ ਤੁਸੀਂ ਜਿਹਦੇ ਤੇ ਗੱਲ ਕਰ ਰਹੇ ਹੋ, ਰੀਅਲੀ ਇਟਸ ਬੜੀ ਬਹੁਤ ਸ਼ੌਕਿੰਗ ਨਿਊਜ਼ ਹੈ, ਸੁਣ ਕੇ ਬੜਾ ਹੀ ਦੁੱਖ ਲੱਗਿਆ। ਸੋ ਇਹਦੇ ਲਈ ਸਰਕਾਰਾਂ ਨੂੰ ਕੁਛ ਨਾ ਕੁਛ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ ਨਾ, ਇਹਦੇ ਲਈ ਕੁਛ ਨਾ ਕੁਛ ਇਹੋ ਜਿਹੇ ਰੂਲਸ ਬਣਨੇ ਚਾਹੀਦੇ ਆ ਵੀ ਕੰਨ ਜਿਹੜੀਆਂ ਹੈਗੀਆਂ, ਜਿੱਦਾਂ 18 ਸਾਲ ਦਾ ਬੱਚਾ ਕਿਵੇਂ ਕੰਨ ਲੈ ਕੇ ਸਕੂਲ ਜਾ ਸਕਦਾ ਹੈ ਨਾ। ਬਿਲਕੁਲ। ਤੇ ਦੂਜੀ ਗੱਲ ਇਹ ਮੈਨੂੰ ਇਹ ਵੀ ਹੈ, ਮੇਰੇ ਦਿਮਾਗ ਚ ਆਉਂਦਾ ਵੀ ਇਹਨਾਂ ਸਕੂਲਾਂ ਦੇ ਵਿੱਚ ਨਾ ਸਿਕਿਉਰਿਟੀ ਜ਼ਰੂਰ ਹੋਣੀ ਚਾਹੀਦੀ ਹੈ। ਐਂਟਰ ਕਰਦੇ ਆਪਾਂ ਹੈ ਨਾ, ਜਾਂ ਗੇਟ ਜਾਂ ਕਿਸ ਤਰ੍ਹਾਂ ਪੁਲਿਸ ਦੀ ਜ਼ਰੂਰ ਸਿਕਿਉਰਿਟੀ ਹੋਣੀ ਚਾਹੀਦੀ ਹੈ, ਤਾਂ ਕਿ ਕੋਈ ਅੰਦਰ ਕੋਈ ਗਨ ਲਗਾ ਕੋਈ ਵੀ ਚੀਜ਼ ਲੈ ਕੇ ਅੰਦਰ ਐਂਟਰ ਨਾ ਕਰ ਸਕੇ। ਜੀ ਬਿਲਕੁਲ। ਦੇਖੋ ਇੰਨੇ ਬੱਚੇ ਵਿਚਾਰੇ ਚਲੇ ਗਏ ਜਿਹੜੇ, ਉਹਨਾਂ ਦਾ ਕੀ ਕਸੂਰ ਸੀਗਾ ਹਨਾ, ਜਾਂ ਜਿਹੜੇ ਟੀਚਰ ਸੀ ਉਹਨਾਂ ਦਾ ਕੀ ਕਸੂਰ ਸੀ, ਸਵੇਰੇ ਜਦੋਂ ਆਏ ਹੋਣਗੇ। ਨੋਬਡੀ ਕੈਨ ਇਮੈਜਿਨ ਦੈਟ ਥਿੰਗ ਹਨਾ, ਕੋਈ ਸੋਚ ਵੀ ਨਹੀਂ ਸਕਦਾ ਏਦਾਂ ਦੀ ਗੱਲ। ਸਕੂਲਾਂ ਦੇ ਵਿੱਚ ਜ਼ਰੂਰ ਏਦਾਂ ਦੀ ਕੋਈ ਸਿਕਿਉਰਿਟੀ ਹੋਣੀ ਚਾਹੀਦੀ ਬੱਚਿਆਂ ਨੂੰ ਸੇਫ ਰੱਖਣ ਵਾਸਤੇ, ਬੜੀ ਵੱਡੀ ਗੱਲ ਹੈਗੀ ਤੇ ਸਰਕਾਰਾਂ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜੀ ਬਿਲਕੁਲ। ਇਟਸ ਵੈਰੀ ਵੈਰੀ ਪੇਨਫੁਲ ਹੈ ਨਾ, ਸਾਰਿਆਂ ਨੂੰ ਬੜਾ ਹੀ ਦੁੱਖ ਹੈ, ਸੁਣ ਕੇ ਬਹੁਤ ਜ਼ਿਆਦਾ ਮਨ ਮਤਲਬ ਪਰੇਸ਼ਾਨ ਹੋਇਆ। ਬਿਲਕੁਲ। ਏਦਾਂ ਦੀ ਘਟਨਾ ਅੱਗੇ ਤੋਂ ਨਾ ਹੋਵੇ, ਇਹਦੇ ਲਈ ਕੁਛ ਨਾ ਕੁਛ ਜ਼ਰੂਰ ਸੋਚਣਾ ਚਾਹੀਦਾ। ਜੀ ਬਿਲਕੁਲ। ਥੈਂਕ ਯੂ ਸੋ ਮਚ। ਥੈਂਕ ਯੂ ਟੁੱਲੋ ਜੀ। ਜੀ ਗੁਰਵਿੰਦਰ ਜੀ ਕੀ ਕਹਿਣਾ ਚਾਹੋਗੇ? ਸਵਾਲ ਮੈਂ ਤੁਹਾਨੂੰ ਪਹਿਲਾਂ ਕਰ ਹੀ ਚੁੱਕੀ ਹਾਂ, ਉਸ ਦੇ ਨਾਲ ਕਾਲਰਸ ਵੀ ਆਪਣੇ ਇਸ ਵੇਲੇ ਸਭ ਓਵਰਆਲ ਸਰਕਾਰਾਂ ਤੇ ਹੀ ਸਵਾਲ ਖੜਾ ਕਰ ਰਹੇ, ਕਿਉਂਕਿ ਕਿਸੇ ਵੀ ਦੇਸ਼ ਦੀ ਡਾਵਾਡੋਲ ਸਥਿਤੀ ਜਦੋਂ ਹੁੰਦੀ ਹੈ ਤਾਂ ਸੰਭਾਲਣੀ ਤਾਂ ਸਰਕਾਰਾਂ ਨਹੀਂ ਹੁੰਦੀ ਹੈ। ਜੀ ਹੁਣ ਮਤਲਬ ਬਾਗਡੋਰੀ ਸਰਕਾਰਾਂ ਕੋਲ ਹੁੰਦੀ ਆ, ਜਿਨ੍ਹਾਂ ਨੂੰ ਅਸੀਂ ਨੁਮਾਇੰਦੇ ਬਣਾ ਕੇ ਚੁਣਦੇ ਹਾਂ ਤੇ ਕਹਿੰਦੇ ਆ ਕਿ ਚਲੋ ਤੁਸੀਂ ਹੁਣ ਸਾਡੀ ਹਿਫਾਜ਼ਤ ਕਰੋ, ਤੁਸੀਂ ਜਿਹੜੀ ਰੂਪਰੇਖਾ ਹੈਗੀ ਹੈ ਇਕਨੋਮਿਕਲ ਸੋਸ਼ਲ ਸੋ ਫੋਰ, ਤੁਸੀਂ ਉਹਦਾ ਮਤਲਬ ਪੂਰਾ ਵਿਉਂਤਬੰਦੀ ਕਰਕੇ ਉਹਨੂੰ ਸੰਭਾਲੋ ਸਾਡੇ ਲਈ, ਹੈ ਨਾ। ਤੇ ਇਹ ਹੈਗਾ ਜੀ ਕਿ ਤਕਰੀਬਨ ਕੁਝ ਸਾਲ ਪਹਿਲਾਂ 2 ਸਾਲ ਪਹਿਲਾਂ ਜਿਹੜਾ HR1 HR8 ਹਾਊਸ ਆਫ ਰੈਪਰੈਜ਼ੈਂਟੇਟਿਵਸ ਨੇ ਪਾਸ ਕਰ ਦਿੱਤਾ ਸੀਗਾ, ਉਹ ਹੈਗਾ ਯੂਨੀਵਰਸਲ ਬੈਕਗਰਾਊਂਡ ਚੈੱਕਸ। ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਤਕਰੀਬਨ 90% ਜਿਹੜੀ ਆਬਾਦੀ ਆ, ਆਵਾਮ ਆ ਅਮਰੀਕਾ ਦੀ, ਚਾਹੇ ਉਹ ਰਿਪਬਲਿਕਨ ਆ, ਡੈਮੋਕ੍ਰੈਟ ਆ, ਇੰਡੀਪੈਂਡੈਂਟ ਆ, ਗ੍ਰੀਨ ਪਾਰਟੀ, ਲਿਬਰਟੇਰੀਅਨ, ਡਜ਼ਨਟ ਮੈਟਰ, ਉਹ ਚਾਹ ਰਹੇ ਨੇ ਕਿ ਇਹ ਲਾਗੂ ਹੋਵੇ। 90% 89%। ਤੇ ਉਹ ਹਾਊਸ ਨੇ ਪਾਸ ਕਰ ਦਿੱਤਾ ਆ, ਪਰ ਜਿਹੜਾ ਸੈਨੇਟ ਨੇ ਉਹਨੂੰ ਹਜੇ ਤੱਕ ਵੋਟ ਤੱਕ ਨਹੀਂ ਲਿਆ ਕਿ ਅਸੀਂ ਉਹ ਜਿਹੜਾ, ਕਿਉਂਕਿ ਇੱਥੇ 2 ਧਿਰਾਂ ਹੁੰਦੀਆਂ ਨੇ, ਇੱਕ ਹੁੰਦਾ ਹਾਊਸ ਆਫ ਰੈਪਰੈਜ਼ੈਂਟੇਟਿਵਸ ਤੇ ਇੱਕ ਹੁੰਦਾ ਸੈਨੇਟ। ਤੇ ਦੋਨੋਂ ਜਦ ਵੀ ਕੋਈ ਕਾਨੂੰਨ ਆਉਂਦਾ ਆ, ਉਹ ਲਿਖਿਆ ਜਾਂਦਾ ਆ, ਹਾਊਸ ਪਹਿਲਾਂ ਪਾਸ ਕਰਦੀ ਆ ਤੇ ਫਿਰ ਸੈਨੇਟ ਕੋਲ ਜਾਂਦਾ ਆ, ਫਿਰ ਸੈਨੇਟ ਉਹਦੇ ਉੱਪਰ ਮੋਹਰ ਲਾ ਕੇ ਉਹਨੂੰ ਕਾਨੂੰਨ ਬਣਾ ਦਿੰਦਾ, ਲਾਗੂ ਹੋ ਜਾਂਦਾ ਆ। ਸੋ ਜਿਹੜਾ ਯੂਨੀਵਰਸਲ ਬੈਕਗਰਾਊਂਡ ਚੈੱਕਸ ਆ, ਉਹ ਇੱਕ ਬੜਾ ਇਹੋ ਜਿਹੀ ਚੀਜ਼ ਆ ਜਿਹੜੇ ਮੈਂ ਦੁਬਾਰਾ ਕਹਾਂਗਾ 99% ਜਿਹੜੇ ਅਮਰੀਕਾ ਦੀ ਆਬਾਦੀ ਆ ਉਹ ਚਾਹ ਰਹੇ ਨੇ ਕਿ ਹੋਵੇ, ਕਿ ਇਹ ਮੇਰੇ ਖਿਆਲ ਨਾਲ ਕਿਸੇ ਕੋਈ ਔਖੀ ਗੱਲ ਨਹੀਂ ਸਮਝਣ ਲਈ ਕਿ ਜੇ ਕੋਈ ਅਪਰਾਧੀ ਆ, ਜੇ ਕੋਈ ਲੁਟੇਰਾ ਆ, ਜੇ ਕੋਈ ਕਿਸੇ ਨੇ ਕੋਈ ਜੁਰਮ ਕੀਤਾ ਹੁੰਦਾ ਆ ਤੇ ਲਿਖਤੀ ਰੂਪ ਵਿੱਚ ਕੀਤਾ ਹੁੰਦਾ, ਦਰਜ ਹੁੰਦਾ ਆ, ਉਹ ਜੇਲ੍ਹ ਜਾ ਚੁੱਕਿਆ ਆ, ਜਾਂ ਕੋਈ ਮਾਨਸਿਕ ਤੌਰ ਤੇ ਉਹ ਠੀਕ ਨਹੀਂ, ਸਾਈਕਾਇਟ੍ਰਿਕ ਤੌਰ ਤੇ ਉਹਨਾਂ ਨੂੰ ਦਵਾਈਆਂ ਉਹ ਲੈ ਰਹੇ ਨੇ, ਜਾਂ ਉਹ ਆਪਣੇ ਆਪ ਨੂੰ ਮੈਂਟਲ ਹਸਪੀਟਲ ਦੇ ਵਿੱਚ ਉਹਨਾਂ ਦਾ ਦਾਖਲਾ ਹੁੰਦਾ ਆ, ਕਿ ਉਹੋ ਜਿਹੇ ਬੰਦਿਆਂ ਕੋਲ ਅਸਲਾ ਤੇ ਬੰਦੂਕਾਂ ਤੇ ਹਥਿਆਰ ਨਹੀਂ ਚਾਹੀਦੇ ਕਿ ਉਹ ਨਾ ਖਰੀਦ ਸਕਣ। ਤੇ ਇਹ ਜਿਹੜਾ ਹੈਗਾ ਆ, ਕਿਉਂਕਿ ਇਹ ਸਰਕਾਰਾਂ ਹੁੰਦੀਆਂ ਨੇ ਜਾਂ ਜਿਹੜੇ ਨੁਮਾਇੰਦੇ ਹੁੰਦੇ ਨੇ, ਉਹਨਾਂ ਦੇ ਕਈ ਵਾਰ ਦਿਸ਼ਾ ਨਿਰਦੇਸ਼ ਹੁੰਦਾ ਸਾਡੇ ਤੋਂ ਅਲੱਗ ਹੁੰਦਾ ਆ ਜੀ। ਉਹਨਾਂ ਨੇ ਪਾਵਰ ਵਿੱਚ ਰਹਿਣਾ ਆ, ਉਹਨਾਂ ਨੇ ਸੱਤਾ ਵਿੱਚ ਰਹਿਣਾ ਆ, ਤੇ ਉਹਨਾਂ ਨੇ ਉਹੋ ਜਿਹੇ ਸਮਝੌਤੇ ਕਈ ਵਾਰ ਕਰ ਲੈਣੇ ਆ ਜਿਹੜੇ ਸਾਡੇ ਹਿੱਤ ਵਿੱਚ ਨਹੀਂ ਹੁੰਦੇ। ਸੋ ਸਭ ਤੋਂ ਵੱਡਾ ਜੀ ਤਰੀਕਾ ਇਹ ਹੁੰਦਾ ਹੈ ਕਿ ਅਸੀਂ ਕੀ ਕਰੀਏ। ਅਸੀਂ ਵੋਟ ਕਰ ਸਕਦੇ ਹਾਂ ਨਾ, ਹਰ ਇੱਕ ਵਿਅਕਤੀ ਵੋਟ ਕਰ ਸਕਦਾ ਹੈ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਚੁਣਿਆ ਨੁਮਾਇੰਦਾ ਵਫਾਦਾਰੀ ਨਹੀਂ ਕਰ ਰਿਹਾ, ਨਹੀਂ ਨਿਭਾ ਰਿਹਾ, ਤਾਂ ਫਿਰ ਤੁਸੀਂ ਕਿਸੇ ਹੋਰ ਨੂੰ ਖੜਾ ਕਰਕੇ ਉਹਦੇ ਲਈ ਵੋਟ ਪਾਓ। ਜੇ ਤੁਹਾਨੂੰ ਕੋਈ ਹੋਰ ਵਿਅਕਤੀ ਨਹੀਂ ਲੱਭਦਾ, ਫਿਰ ਤੁਸੀਂ ਆਪ ਘਰੋਂ ਨਿਕਲ ਕੇ ਆਪ ਖੜੇ ਹੋ। ਉਹ ਵੀ ਕਿਹੜਾ ਰੱਬ ਨੇ ਥੋੜ੍ਹੋ ਥੱਲੇ ਸੁੱਟੇ ਥੋੜ੍ਹੋ ਹੋਏ ਹੈਗੇ ਆ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਜਾਂਦੇ, ਉਹ ਵੀ ਸਾਡੇ ਵਰਗੇ ਹੀ ਨੇ। ਜੇ ਸਾਨੂੰ ਲੱਗਦਾ ਕਿ ਉਹ ਵਫਾਦਾਰੀ ਨਹੀਂ ਨਿਭਾ ਰਹੇ, ਜੇ ਸਾਨੂੰ ਲੱਗਦਾ ਕੋਈ ਹੋਰ ਧਿਰ ਵਾਲਾ ਬੰਦਾ ਵਫਾਦਾਰੀ ਨਹੀਂ ਨਿਭਾ ਸਕਦਾ, ਫਿਰ ਅਸੀਂ ਕਿਉਂ ਨਹੀਂ ਵਫਾਦਾਰੀ ਆਪਣੇ ਪ੍ਰਤੀ, ਆਪਣੇ ਗੁਰੂ ਪ੍ਰਤੀ, ਆਪਣੇ ਧਰਮ ਪ੍ਰਤੀ, ਆਪਣੇ ਸਮਾਜ ਪ੍ਰਤੀ ਵਫਾਦਾਰੀ ਨਿਭਾਉਂਦੇ? ਅਸੀਂ ਕਿਉਂ ਨਹੀਂ ਪੋਲੀਟਿਕਸ ਵਿੱਚ ਜਾਂਦੇ? ਸੋ ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਇਹ ਆ ਕਿ ਜੇ ਤੁਹਾਨੂੰ ਲੱਗਦਾ ਕਿ ਕੋਈ ਰੈਪਰੈਜ਼ੈਂਟੇਟਿਵ ਹੈ ਜਾਂ ਕੋਈ ਨੁਮਾਇੰਦਾ ਹੈ, ਉਹਦੀ ਸਹਾਇਤਾ ਕਰੋ। ਦੂਜਿਆਂ ਨੂੰ ਵੀ ਕਹੋ ਉਹਦੇ ਲਈ ਵੋਟ ਪਾਉਣ, ਦੂਜਿਆਂ ਨੂੰ ਵੋਟਿੰਗ ਰਜਿਸਟ੍ਰੇਸ਼ਨ ਕਰਾਉਣ। ਖਾਸ ਤੌਰ ਤੇ ਇਹ ਹੁੰਦਾ ਹੈ ਕਿ ਅਸੀਂ ਇਲੈਕਸ਼ਨਸ ਦੇਖਦੇ ਹਾਂ, ਕੈਨੇਡਾ ਦਾ ਵੀ ਦੇਖਦੇ ਹਾਂ, ਅਮਰੀਕਾ ਦਾ ਵੀ ਦੇਖਦੇ ਹਾਂ, 30, 40, 50% ਤਾਂ ਬੰਦੇ ਵੋਟ ਹੀ ਨਹੀਂ ਪਾਉਂਦੇ। ਤੇ ਫਿਰ ਬਾਅਦ 'ਚ ਕਹਿਣਾ ਹੁੰਦਾ ਯਾਰ ਇਹ ਬੰਦੇ ਨੇ ਇਹ ਨਹੀਂ ਕੀਤਾ, ਸਾਡੇ ਕਾਨੂੰਨ ਇਹ ਨਹੀਂ ਲਾਗੂ ਹੋਏ, ਸਾਨੂੰ ਇਹ ਨਹੀਂ ਮਿਲਿਆ। ਜਾਂ ਤੁਸੀਂ ਆਪਣੀ ਆਵਾਜ਼ ਨਹੀਂ ਬੁਲੰਦ ਕਰਨੀ,
ਜਦ ਤੁਸੀਂ ਆਪਣਾ ਪ੍ਰਗਟਾਵਾ, ਰੋਸ ਪ੍ਰਗਟਾਵਾ ਕਰਨਾ ਨਹੀਂ, ਅਮਲੀ ਜਾਮਾ ਨਹੀਂ ਪਹਿਨਾਉਣਾ ਆ। ਹੁਣ ਮੈਂ ਘਰੇ ਜਾ ਕੇ ਬੱਚਿਆਂ ਨਾਲ ਗੱਲ ਕਰੀ ਜਾਵਾਂ, ਪਰਿਵਾਰ ਨਾਲ ਗੱਲ ਕਰੀ ਜਾਵਾਂ, ਜੀ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਉਹਨਾਂ ਨੂੰ ਕੋਈ ਤਬਦੀਲੀ ਨਹੀਂ ਹੋਣੀ, ਜੀ ਉਹ ਕੋਈ ਫਰਕ ਨਹੀਂ ਬਿਲਕੁਲ, ਪੈਣਾ। ਹਾਂ ਜੀ, ਮੈਨੂੰ ਬਾਹਰ ਨਿਕਲ ਕੇ ਅਮਲੀ ਜਾਮਾ ਪਹਿਨਾਉਣਾ ਪੈਣਾ ਹੈ, ਜਾਂ ਮਾਇਕ ਤੌਰ ਤੇ ਸਹਾਇਤਾ ਕਰਾਂ, ਜਾਂ ਆਪਣੇ ਸਮੇਂ ਨਾਲ ਸਹਾਇਤਾ ਕਰਾਂ, ਜਾਂ ਆਪਣੀ ਬੁੱਧੀ ਮੁਤਾਬਿਕ ਸਹਾਇਤਾ ਕਰਾਂ, ਪਰ ਮੈਂ ਘਰੋਂ ਨਿਕਲ ਕੇ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਵਾਂ। ਜੀ ਸੋ ਇਹ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਇਹ ਨਾ ਕਿ ਸਰਕਾਰਾਂ ਦਾ ਇਲਜ਼ਾਮ ਕੱਢੀ ਜਾਈਏ। ਸਰਕਾਰਾਂ ਤਾਂ ਅਸੀਂ ਬਣਾਉਂਦੇ ਹਾਂ, ਬਿਲਕੁਲ ਸਰਕਾਰਾਂ ਨੂੰ ਸਰਕਾਰਾਂ, ਹਾਂ ਅਸੀਂ, ਹਾਂਜੀ, ਉਹਨਾਂ ਨੂੰ ਅਸੀਂ ਤੱਕ ਤੇ ਬਿਠਾਉਂਦੇ ਹਾਂ। ਤੇ ਜੇ ਕੋਈ ਹੋਰ ਚਾਰਾ ਨਹੀਂ ਚੱਲਦਾ, ਫਿਰ ਅਸੀਂ ਆਪ ਖੜੇ ਹੋਈਏ, ਅਸੀਂ ਆਪ ਕੋਈ ਫਰੰਟ ਕਰੀਏ। ਤੇ ਜਿਵੇਂ ਕਈ ਸੰਸਥਾਵਾਂ ਨੇ ਜਿਹੜੇ ਵਧੀਆ ਕੰਮ ਕਰ ਰਹੀਆਂ ਨੇ, ਤੇ ਸਾਨੂੰ ਲੱਗਦਾ ਕਿ ਉਹ ਸੰਸਥਾਵਾਂ ਸਾਡੀ ਆਵਾਜ਼ ਨੂੰ ਬੁਲੰਦ ਕਰ ਸਕਦੀਆਂ, ਉਹ ਸੰਸਥਾਵਾਂ ਦਾ ਸਾਥ ਦਿਓ, ਜੀ ਉਹਨਾਂ ਦੇ ਮੋਢੇ ਨਾਲ ਮੋਢਾ ਲਾਓ। ਸੋ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ, ਪਰ ਜਿਵੇਂ ਆਪਾਂ ਜਿਹਨੇ ਕਿਹਾ ਵੀ ਸੀਗਾ ਕਿ ਸਕੂਲਾਂ ਵਿੱਚ ਸਿਕਿਉਰਿਟੀ ਚਾਹੀਦੀ ਆ, ਮੈਂ ਇਹ ਬੇਨਤੀ ਕਰਾਂਗਾ ਕਿ ਜ਼ਿਆਦਾਤਰ ਸਕੂਲਾਂ ਵਿੱਚ ਸਿਕਿਉਰਿਟੀ ਹੁੰਦੀ ਆ, ਸਕੂਲ ਰਿਸੋਰਸ ਆਫਿਸਰ ਹੁੰਦਾ ਆ। ਇਹ ਸਕੂਲ ਵਿੱਚ ਵੀ ਸਕੂਲ ਰਿਸੋਰਸ ਆਫਿਸਰ ਸੀਗਾ, ਪਰ ਜਦ ਉਹ ਸਕੂਲ ਰਿਸੋਰਸ ਆਫਿਸਰ ਕੋਲ ਇੱਕ ਹੈਂਡਗਨ ਆ ਤੇ ਦੂਜੇ ਬੰਦੇ ਕੋਲ ਅਸਾਲਟ ਰਾਈਫਲ ਆ, ਉਹ ਬਿਲਕੁਲ, ਸਕੂਲ ਰਿਸੋਰਸ ਆਫਿਸਰ ਕੀ ਕਰੇਗਾ? ਚਾਹੇ ਉੱਥੇ 2 ਹੁੰਦੇ, ਚਾਹੇ 3 ਹੁੰਦੇ, ਕੀ ਕਰ ਸਕਦੇ ਨੇ ਉਹ? ਸੋ ਇਹ ਸਮੱਸਿਆ ਦਾ ਜਿਹੜਾ ਹੱਲ ਆ, ਇਹ ਕਾਫੀ ਡੂੰਘਾ ਆ ਤੇ ਕਾਫੀ ਬਾਰੀਕੀ ਵਿੱਚ ਜਾਣਾ ਪਵੇਗਾ ਸਾਨੂੰ। ਪਰ ਇਹ ਗੱਲ ਜ਼ਰੂਰ ਆ ਕਿ ਅਸੀਂ ਮਤਲਬ ਇਹ ਨਹੀਂ ਕਿ ਅੱਜ ਗੱਲ ਕਰ ਲਈ ਤੇ ਕੱਲ ਸੌਂ ਗਏ। ਇਹ ਸਾਡੇ ਨਸਲਾਂ ਦਾ, ਇਹ ਸਾਡੇ ਬੱਚਿਆਂ ਦਾ, ਇਹ ਸਾਡੇ ਸਮਾਜ ਦਾ, ਸਾਡੇ ਬਜ਼ੁਰਗਾਂ ਦਾ ਇਹ ਸਵਾਲ ਆ, ਤੇ ਉਹਨਾਂ ਦੇ ਪ੍ਰਤੀ ਸਾਨੂੰ ਵਫਾ ਨਿਭਾ ਕੇ ਸਾਡੇ ਵੱਲੋਂ ਕੋਈ ਉਦਮ ਜ਼ਰੂਰ ਕਰਨਾ ਪਵੇਗਾ। ਜੀ ਮੈਂਟਲ ਹੈਲਥ ਇਸ਼ੂ ਦੀ ਇਦਾਂ ਦੇ ਮੁੱਦਿਆਂ ਦੇ ਵਿੱਚ ਹਮੇਸ਼ਾ ਗੱਲ ਆਉਂਦੀ ਹੈ ਗੁਰਵਿੰਦਰ ਜੀ, ਤੇ ਇਸ ਵਾਰ ਵੀ ਜਿੱਦਾਂ ਕਿ ਉਸ ਬੱਚੇ ਬਾਰੇ ਜਾਣਿਆ ਜਾ ਰਿਹਾ ਜਿਹੜਾ 18 ਸਾਲ ਦਾ ਸੀਗਾ ਸ਼ੂਟਰ, ਉਹਦਾ ਵੀ ਜਿੰਨਾ ਕੁ ਹੁਣ ਤੱਕ ਮਾਈਂਡ ਪੜਿਆ ਜਾਂਦਾ, ਜੋ ਉਹਨੇ ਪੋਸਟਾਂ ਪਾਈਆਂ, ਜਿੱਦਾਂ ਦੀਆਂ ਉਹਦੀਆਂ ਹਰਕਤਾਂ ਸੀ, ਜੋ ਉਹਦੇ ਬਾਰੇ ਹੁਣ ਪਤਾ ਲੱਗ ਰਿਹਾ, ਉਹ ਵਾਕਈ ਕਿਤੇ ਨਾ ਕਿਤੇ ਉਹਦੀ ਮੈਂਟਲੀ ਡਿਸਟਰਬੈਂਸ ਜਿਹੜੀ ਹੈ ਉਹਨੂੰ ਸਾਫ਼ ਬਿਆਨ ਕਰ ਰਿਹਾ। ਜਦੋਂ ਹਥਿਆਰ ਅਲਾਟ ਕਰਨੇ ਹੁੰਦੇ, ਇੱਕ ਇੱਦਾਂ ਦੇ ਜਿਹੜਾ ਆਲਰੇਡੀ ਬੱਚਾ, ਇੱਕ ਤਾਂ ਉਹਦੀ ਉਮਰ 18 ਸਾਲ ਦੀ, ਉਹ ਉਮਰ ਜਿਹੜੀ ਉਮਰ ਦੇ ਵਿੱਚ ਬੱਚੇ ਵਾਸਤੇ ਗਨ ਜਿਹੜੀ ਹੈ ਇੱਕ ਸਟਾਈਲ ਹੈ, ਸਵੈਗ ਹੈ, ਇੱਕ ਉਹਨੇ ਫਿਲਮਾਂ ਜਿਹੜੀਆਂ ਦੇਖੀਆਂ ਹੈਗੀਆਂ ਨੇ, ਐਕਸ਼ਨ ਫਿਲਮਾਂ, ਉਹਨਾਂ ਨੂੰ ਅਪਣਾਉਣਾ, ਉਹਨੇ ਉਹ ਗਨ ਦੇ ਨਾਲ ਉਹ ਸਟਾਈਲ ਅਪਣਾਉਣੇ ਨੇ ਕਿ ਤਾਂ ਕਿ ਉਹ ਹਰ ਤਰੀਕੇ ਨਾਲ ਆਪਣੇ ਆਪ ਨੂੰ ਜਿਹੜਾ ਉਹ ਐਕਸ਼ਨ ਦੇ ਵਿੱਚ ਰੱਖ ਸਕੇ। ਜਿਹੜੇ ਬੱਚੇ ਨੂੰ ਇੱਕ ਟॉय ਦੀ ਤਰ੍ਹਾਂ ਉਹਦੇ ਵਾਸਤੇ ਉਹ ਪਿਸਤੌਲ ਹੈ, ਉਹ ਅਸਲੀ ਹੈ ਨਕਲੀ ਹੈ ਡਜ਼ਨਟ ਮੈਟਰ, ਉਹਨੇ ਧਿਆਨ ਨਹੀਂ ਦੇਣਾ। ਤੇ ਇਦਾਂ ਦੇ ਬੱਚਿਆਂ 'ਚ ਅਸੀਂ ਤਮਾਮ ਬੱਚੇ ਜਦੋਂ ਦੇਖੇ ਨੇ, ਘਰਾਂ ਦੇ ਵਿੱਚ ਵੀ ਜਦੋਂ ਗਨ ਪਈਆਂ ਹੁੰਦੀਆਂ ਨੇ, 3-3 ਸਾਲ ਦੇ, 4-4 ਸਾਲ ਦੇ ਉਹ ਬੱਚੇ, ਜਿਹੜੇ ਆ ਕਿ ਜ਼ਿਆਦਾਤਰ ਅਮਰੀਕਾ ਤੋਂ ਹੀ ਖਬਰਾਂ ਆਈਆਂ ਨੇ ਵੀ ਜਿਨ੍ਹਾਂ ਦੇ ਘਰਾਂ 'ਚ ਗਨ ਪਈਆਂ ਹੋਈਆਂ ਸੀ, ਉਹਨਾਂ ਨੂੰ ਪਤਾ ਹੀ ਨਹੀਂ, ਬੱਚਿਆਂ ਨੇ ਖੇਡਦੇ ਗਨ ਦਾ ਮੂੰਹ ਆਪਣੇ ਵੱਲ ਨੂੰ ਕਰ ਰਿਹਾ ਤੇ ਖੇਡਦੇ ਉਹਨਾਂ ਦੀ ਗੋਲੀ ਲੱਗ ਗਈ। ਤੇ ਇਹ ਇਦਾਂ ਦੇ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਬੱਚੇ ਉਹਦੀ ਗੰਭੀਰਤਾ ਤੱਕ ਸ਼ਾਇਦ ਨਹੀਂ ਪਹੁੰਚ ਪਾਉਂਦੇ, ਔਰ ਜਿਨ੍ਹਾਂ ਦਾ ਆਲਰੇਡੀ ਮੈਂਟਲੀ ਕੰਡੀਸ਼ਨ ਇੱਦਾਂ ਦੀ ਹੈ, ਜਿਹੜਾ ਬੱਚਾ ਇਕੱਲਾ ਰਹਿਣਾ ਪਸੰਦ ਕਰਦਾ, ਜਿਹੜਾ ਅਨੋਇੰਗ ਹੈ, ਕਿਸੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਆਪਣੀ ਦਾਦੀ ਤੱਕ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਉਸ ਬੱਚੇ ਨੂੰ ਰਾਈਫਲ ਇਸ ਤਰੀਕੇ ਨਾਲ ਅਲਾਟ ਕਰ ਦੇਣੀ, ਉਹਦੇ ਕੋਲ ਗਨ ਇੱਦਾਂ ਰਖਵਾ ਦੇਣੀ, ਇਹ ਕਿਵੇਂ ਇਹਦੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਸਕਦੀ ਹੈ ਕਿ ਇੱਦਾਂ ਦੇ ਜਿਹੜੇ ਲੋਕ ਨੇ ਮੈਂਟਲੀ ਸਿਕਨੈਸ ਦੇ ਸ਼ਿਕਾਰ ਨੇ ਔਰ ਜਾਂ ਅਗਰੈਸਿਵ ਨੇ, ਜਿਨ੍ਹਾਂ ਦੇ ਮੂਡ ਸਵਿੰਗ ਹੁੰਦੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਵਾਸਤੇ ਗਨ ਸਿਰਫ ਇਹ ਹੈ ਵੀ 24 ਘੰਟੇ ਉਹਨਾਂ ਨੇ ਕਿਸੇ ਵੀ ਮੌਕੇ ਉਹ ਗਨ ਫੜ ਲੈਣੀ ਹੈ। ਇਸ ਚੀਜ਼ ਦੀ ਲੱਗਦਾ ਵੀ ਕਿਸੇ ਤਰੀਕੇ ਨਾਲ ਖੋਜ ਜਿਹੜੀ ਹੈ ਉਹਨੂੰ ਵਧਾਇਆ ਜਾ ਸਕਦਾ ਹੈ। ਇਹ ਚੀਜ਼ ਸਰਕਾਰਾਂ ਦੇ ਹੱਥ ਦੇ ਵਿੱਚ ਹੈ, ਕਿਸੇ ਸੈਨੇਟ ਦੇ ਹੱਥ ਦੇ ਵਿੱਚ ਹੈ ਵੀ ਕੋਈ ਇੱਦਾਂ ਦਾ ਐਟਲੀਸਟ ਬਿੱਲ ਪਾਸ ਹੋ ਜਾਵੇ ਵੀ ਜਿਹਨੇ ਗਨ ਲੈਣੀ ਹੈ ਪਹਿਲਾਂ ਕਿੰਨੀ ਦੇਰ ਇੱਕ ਟੀਮ ਲਗਾ ਕੇ ਉਹਦਾ ਸਾਰਾ ਬੈਕਗਰਾਉਂਡ ਪਤਾ ਕੀਤਾ ਜਾਏ, ਉਹਦੀ ਮਾਨਸਿਕ ਹਾਲਤ ਬਾਰੇ ਪਤਾ ਕੀਤਾ ਜਾਏ, ਉਹਦੇ ਮੂਡ, ਉਹਦੇ ਤੌਰ ਤਰੀਕੇ, ਉਹਦੀ ਨੌਕਰੀ, ਉਹਦੇ ਬਾਰੇ ਸਾਰਾ ਜਾਣਿਆ ਜਾਵੇ। ਸੋ ਲੱਗਦਾ ਹੈ ਕਿ ਕੁਛ ਇੱਦਾਂ ਦਾ ਹੁਣ ਬਦਲਾ ਐਟਲੀਸਟ ਹੋ ਸਕਦਾ ਹੈ ਜਦੋਂ 19 ਬੱਚੇ ਚਲੇ ਗਏ ਤੇ 2 ਅਧਿਆਪਕ ਚਲੇ ਗਏ। ਕੀ ਇਹ ਖਬਰ, ਇਹ ਇਨਸੀਡੈਂਟ ਕੋਈ ਬਦਲਾ ਲਿਆ ਸਕਦੀ ਹੈ ਇੱਦਾਂ ਦਾ? ਭੈਣ ਜੀ, ਜਿਵੇਂ ਬੇਨਤੀ ਕੀਤੀ ਸੀ ਕਿ HR-1 ਜਿਹੜਾ ਹੈਗਾ ਆ ਉਹ ਇਹੀ ਆ ਕਿ ਜਿਹੜੇ ਯੂਨੀਵਰਸਲ ਬੈਕਗਰਾਉਂਡ ਚੈੱਕ ਲਾਗੂ ਕਰਨੇ, ਕਿ ਯੂਨੀਵਰਸਲ ਮਤਲਬ ਕਹਿਣ ਦਾ ਭਾਵ ਹੈ ਕਿ ਪੂਰੇ ਅਮਰੀਕਾ ਦੇ ਵਿੱਚ, ਯਾਨੀ ਕਿ ਸਟੇਟ ਬਾਈ ਸਟੇਟ, ਤੇ ਇੱਕ ਡੇਟਾਬੇਸ ਬਣਾਉਣੀ ਕਿ ਜਿਹੜਾ ਵੀ ਬੰਦਾ ਬੰਦੂਕ ਲੈਣਾ ਚਾਹੁੰਦਾ ਆ ਪੂਰਨ ਤੌਰ ਤੇ ਉਹਦੇ ਉੱਪਰ ਬੈਕਗਰਾਉਂਡ ਚੈੱਕ ਕੀਤਾ ਜਾਵੇ, ਉਹ ਅਪਰਾਧੀ ਤਾਂ ਨਹੀਂ, ਉਹਨੇ ਕੋਈ ਜੁਰਮ ਤਾਂ ਨਹੀਂ ਕੀਤਾ, ਉਹਦੀ ਕੋਈ ਇਹੋ ਜਿਹੀ ਟੈਂਡੈਂਸੀ ਤਾਂ ਨਹੀਂ ਹੈਗੀ ਕਿ ਉਹ ਮਤਲਬ ਵਾਰਦਾਤ ਕਰਨਾ ਚਾਹੁੰਦਾ ਆ ਜਾਂ ਵਾਇਲੈਂਸ ਕਰਨਾ ਚਾਹੁੰਦਾ ਜਾਂ ਹਿੰਸਾ ਕਰਨਾ ਚਾਹੁੰਦਾ ਆ। ਐਂਡ ਆਲਸੋ ਜਿਹੜੇ ਮੈਂਟਲ ਹੈਲਥ ਚੈੱਕਅਪਸ ਨੇ, ਪਰ ਸੋ ਉਹ ਜਿਵੇਂ ਕਹਿ ਰਹੇ ਨੇ ਕਿ ਜ਼ੋਰ ਲਾਉਣਾ ਚਾਹ ਰਹੇ ਨੇ ਕਿ ਉਹਨੂੰ ਪੈਸ ਕਰਨਾ ਚਾਹ ਰਹੇ ਨੇ, ਪਰ ਉਹੀ ਗੱਲ ਆ ਕਿ ਅਸੀਂ ਵੀ ਜਾਣਦੇ ਹਾਂ ਤੇ ਜਿਹੜੇ ਪ੍ਰਸ਼ਾਸਨ ਵੀ ਜਾਣਦਾ ਆ ਕਿ ਇਹ ਕੁਝ ਦਿਨ ਦਾ ਗੁੱਸਾ ਹੋਣਾ ਆ, ਰੌਲਾ ਪਾਉਣਾ ਆ,
ਤਾਂ ਫਿਰ ਉਸ ਤੋਂ ਬਾਅਦ ਠੰਡਾ ਹੋ ਜਾਣਾ ਆ, ਉਹਨਾਂ ਨੇ ਵੀ ਫਿਰ ਹੌਲੀ ਖਿਸਕ ਜਾਣਾ ਆ ਇਹ ਜ਼ਿੰਮੇਵਾਰੀ ਤੋਂ। ਸੋ ਇਹ ਆਮ ਤੌਰ ਤੇ ਹੁੰਦਾ ਆ, ਮੇਰੇ ਖਿਆਲ ਨਾਲ ਕੋਈ ਮੁਲਕ ਇਹਦੇ ਤੋਂ ਛੁਟਕਾਰਾ ਨਹੀਂ ਪਾ ਸਕਿਆ ਹਜੇ ਤੱਕ। ਪਰ ਇਹ ਜ਼ਰੂਰ ਹੈ ਕਿ ਉਹ ਹਾਊਸ ਨੇ ਪਾਸ ਕਰ ਦਿੱਤਾ ਹੈ, ਸੈਨੇਟ ਨੂੰ ਪਾਸ ਕਰਨ ਦੀ ਜ਼ਰੂਰਤ ਹੈ। ਸੋ ਈਮੇਲਸ ਕਰ ਸਕਦੇ ਹਾਂ, ਅਸੀਂ ਜ਼ੋਰ ਲਾ ਸਕਦੇ ਹਾਂ, ਅਸੀਂ ਕਾਲਾਂ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਮਿਲਣ ਜਾ ਸਕਦੇ ਹਾਂ, ਉਹਨਾਂ ਦੇ ਆਮਣੇ ਸਾਹਮਣੇ ਗੱਲਬਾਤ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ ਤੇ ਉਹਨੂੰ ਸਮਝਾ ਸਕਦੇ ਹਾਂ ਕਿ ਇਹ ਚੀਜ਼ ਅਸੀਂ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬਿਠਾਇਆ ਤਖਤ ਤੇ, ਜੇ ਤੁਸੀਂ ਨਹੀਂ ਪਾਉਂਦੇ ਤਾਂ ਫਿਰ ਜਦ ਇਲੈਕਸ਼ਨ ਹੋਣਗੇ ਤਾਂ ਫਿਰ ਤੁਹਾਡੇ ਬਦਲੇ ਕੋਈ ਹੋਰ ਹੋਵੇਗਾ। ਹੋ ਸਕਦਾ ਕਿ ਤੁਹਾਡੇ ਬਦਲੇ ਮੈਂ ਹੀ ਹੋਵਾਂ ਜੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ, ਜੇ ਤੁਹਾਡੇ ਵਿੱਚ ਇੰਨੀ ਜ਼ਰੂਰਤ ਨਹੀਂ ਹੈਗੀ। ਸੋ ਇਹ ਸਾਨੂੰ ਗੱਲਾਂ ਕਰਨੀ ਪੈਣੀਆਂ ਨੇ, ਸਾਨੂੰ ਘਰੋਂ ਨਿਕਲਣਾ ਪੈਣਾ ਹੈ। ਸੋ ਇਹ ਜੇ ਹਾਊਸ ਜਿਹੜਾ ਹੈਗਾ ਯੂਨੀਵਰਸਲ ਬੈਕਗਰਾਊਂਡ ਚੈੱਕਸ ਦੀ ਗੱਲ ਕਰ ਰਹੇ ਹਾਂ। ਦੂਜੀ ਗੱਲ ਆ ਕਿ ਜਦ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਦੇਖੋ ਹਰ ਚੀਜ਼ ਲਈ ਤੁਹਾਨੂੰ ਸਹੂਲਤ ਚਾਹੀਦੀ ਆ, ਹਰ ਚੀਜ਼ ਲਈ ਤੁਹਾਨੂੰ ਰਿਸੋਰਸਿਸ ਚਾਹੀਦੀਆਂ ਨੇ। ਰਿਸੋਰਸਿਸ ਹੁੰਦਾ ਪੈਸਾ। ਸੋ ਫੈਡਰਲ ਗਵਰਨਮੈਂਟ, ਸਟੇਟ ਗਵਰਨਮੈਂਟ, ਲੋਕਲ ਗਵਰਨਮੈਂਟ, ਤੁਸੀਂ ਜੇ ਮੈਂਟਲ ਹੈਲਥ ਦੇ ਬਾਰੇ ਫਿਕਰਮੰਦ ਹੋ, ਸਰ ਤੁਹਾਨੂੰ ਕਾਉਂਸਲਰ ਚਾਹੀਦੇ ਨੇ ਸਕੂਲਾਂ ਵਿੱਚ, ਤੁਹਾਨੂੰ ਕਾਉਂਸਲਰ ਚਾਹੀਦੇ ਨੇ ਹਵਾਲਾਤਾਂ ਦੇ ਵਿੱਚ, ਜੇਲ੍ਹ ਦੇ ਵਿੱਚ। ਕੀ ਇਹ ਨਾ ਹੋਵੇ ਕਿ ਬੱਚਾ ਜੇਲ੍ਹ ਜਾਂਦਾ ਆ ਤੇ ਉੱਥੇ ਉਹ ਹੋਰ ਹੀ ਕੁਰੀਤੀਆਂ ਸਿੱਖ ਕੇ ਬਾਹਰ ਨਿਕਲਦਾ। ਅਸੀਂ ਦੇਖਦੇ ਹਾਂ ਕਿ ਜਿਵੇਂ ਕਈ ਮੁਲਕਾਂ ਦੇ ਵਿੱਚ, ਨੈਦਰਲੈਂਡਸ, ਫਿਨਲੈਂਡ, ਉੱਥੇ ਜਿਹੜੇ ਬੰਦੇ ਜੇਲ੍ਹ ਜਾਂਦੇ ਨੇ ਉਹਨਾਂ ਦੇ 4-5% ਆ ਕਿ ਉਹ ਵਾਪਸ ਜਾਣਗੇ, ਕਿ ਉਹਨਾਂ ਨੂੰ ਇਹੋ ਜਿਹੀ ਟ੍ਰੇਨਿੰਗ ਦਿੱਤੀ ਜਾਂਦੀ, ਸਗੋਂ ਉਹਨਾਂ ਨੂੰ ਲਾਈਫ ਸਕਿੱਲ ਸਿਖਾਈ ਜਾਂਦੇ ਨੇ, ਉਹਨਾਂ ਨੂੰ ਕਾਉਂਸਲਿੰਗ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਜੀਵਨ ਤਬਦੀਲ ਕਰ ਲੈਂਦੇ ਨੇ। ਹੁਣ ਕਈ ਮੁਲਕ ਨੇ ਜਿੱਥੇ ਅਮਰੀਕਾ ਦੇ ਵਰਗੇ, ਜਿਹਦੇ ਬਹੁਤ ਵੱਡੀ ਗਿਣਤੀ ਹੈ ਕਿ ਬੰਦਾ 1 ਵਾਰ ਨਹੀਂ, 2 ਵਾਰ ਨਹੀਂ, ਕਈ ਸੈਂਕੜੇ ਵਾਰ ਜੇਲ੍ਹ ਜਾਂਦਾ ਆ। ਇਹਦਾ ਮਤਲਬ ਕਿ ਉਹ ਆਪਣਾ ਸਬਕ ਨਹੀਂ ਸਿੱਖ ਰਿਹਾ ਜੇਲ੍ਹ ਜਾ ਕੇ, ਉਹ ਸਗੋਂ ਹੋਰ ਕੁਰੀਤੀਆਂ ਸਿੱਖ ਰਿਹਾ ਆ, ਉਹ ਸਗੋਂ ਹੋਰ ਇਸ ਦਲਦਲ ਵਿੱਚ ਹੋਰ ਫਸ ਰਿਹਾ ਆ। ਪਰ ਇਹ ਚੀਜ਼ਾਂ ਕਰਨ ਲਈ ਸਾਨੂੰ ਸਹੂਲਤਾਂ ਦੇਣੀ ਪੈਣੀਆਂ ਨੇ। ਸਾਨੂੰ ਆਪਣਾ ਵਿਸ਼ਾ ਮੈਂਟਲ ਹੈਲਥ, ਰਿਸੋਰਸਿਸ, ਲਾਈਫ ਸਕਿੱਲਸ, ਲਾਈਫ ਟ੍ਰੇਨਿੰਗ, ਜੌਬ ਟ੍ਰੇਨਿੰਗ, ਕਰੀਅਰ ਬਿਲਡਿੰਗ, ਇੱਕ ਇੰਪਾਵਰਮੈਂਟ, ਕਿ ਤੁਸੀਂ ਬੰਦੇ ਨੂੰ ਇਹ ਅਹਿਸਾਸ ਦਿਵਾਓ ਕਿ ਉਹ ਇੱਕ ਰੱਬ ਨੇ ਭੇਜਿਆ ਇੱਕ ਵਿਅਕਤੀ ਆ ਤੇ ਉਹਦੇ ਜ਼ਿੰਦਗੀ, ਉਹਦਾ ਮੂਲ ਕੀ ਆ। ਜਿਵੇਂ ਗੁਰਬਾਣੀ 'ਚ ਲਿਖਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਕਿ ਅਸੀਂ ਜੇ ਆਪਣਾ ਮੂਲ ਪਹਿਚਾਣ ਸਕੀਏ ਤਾਂ ਸਾਨੂੰ ਪਤਾ ਕਿ ਸਾਡਾ ਰਾਹ ਕੀ ਆ, ਸਾਡੀ ਮੰਜ਼ਿਲ ਕੀ ਆ। ਸਾਡੀ ਮੰਜ਼ਿਲ ਇਹ ਤਾਂ ਨਹੀਂ ਕਿ ਅਸੀਂ ਐਲੀਮੈਂਟਰੀ ਸਕੂਲਾਂ ਵਿੱਚ ਜਾ ਕੇ ਗੋਲੀਆਂ ਦਾ ਮੀਂਹ ਵਰਾ ਕੇ ਬੱਚਿਆਂ ਨੂੰ ਮਾਰ ਦਈਏ, ਕਿ ਅਸੀਂ ਗਰੋਸਰੀ ਸਟੋਰ ਦੇ ਵਿੱਚ ਜਾ ਕੇ ਜਿਹੜੇ ਵੀ ਸਾਡੇ ਸਾਹਮਣੇ ਆ ਗਏ ਕਿ ਉਹਨੂੰ ਮੌਤ ਦੇ ਘਾਟ ਉਤਾਰ ਦਈਏ। ਇਹ ਤਾਂ ਨਹੀਂ ਹੈਗਾ ਕਿ ਅਸੀਂ ਮੂਵੀ ਥੀਏਟਰ ਵਿੱਚ ਜਾਂਦੇ ਪਰਿਵਾਰ ਖੁਸ਼ੀ ਨਾਲ ਗਏ ਪਰਿਵਾਰ, ਜਿਹਨਾਂ ਦੇ ਮੂੰਹ ਤੇ ਮਤਲਬ ਹਾਸਾ ਆ, ਅਸੀਂ ਉਹ ਬਿਲਕੁਲ ਹੀ ਮੌਤਮ ਦਾ ਇੱਕ ਜਗ੍ਹਾ ਬਣਾ ਦਈਏ। ਸੋ ਇਹ ਜਿਹੜੀ ਸਿੱਖਿਆ ਹੈਗੀਆਂ ਨੇ, ਇਹ ਘਰੋਂ ਸ਼ੁਰੂ ਹੁੰਦੀਆਂ ਨੇ, ਫਿਰ ਇਹ ਸਕੂਲਾਂ ਵਿੱਚ ਹੁੰਦੀਆਂ ਨੇ, ਪਰ ਇਹ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਜੇ ਪਰਿਵਾਰ ਨਹੀਂ ਸਾਂਭ ਸਕਦੇ ਬੱਚਿਆਂ ਨੂੰ, ਜੇ ਸਕੂਲਾਂ ਵਿੱਚ ਕੋਈ ਘਾਟ ਹੈਗੀ ਆ, ਤਾਂ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹ ਸਹੂਲਤਾਂ ਕਮਿਊਨਿਟੀ ਨੂੰ ਦੇਣ, ਉਪਲਬਧ ਕਰਨ। ਯੂਨਾਈਟਿਡ ਸਟੇਟਸ ਵੀ ਕੋਸ਼ਿਸ਼ ਕਰਦੀ ਹੈ ਜੀ ਆਪਣੇ ਵੱਲੋਂ, ਜਿਵੇਂ ਜੌਬ ਸਕਿੱਲਸ ਟ੍ਰੇਨਿੰਗ ਹੁੰਦੀ ਆ, ਮੈਡੀਕਲ ਕੈਂਪਸ ਵੀ ਹੁੰਦੇ ਨੇ, ਆਪਣੇ ਵੱਲੋਂ ਕਰੀਅਰ ਕਾਉਂਸਲਿੰਗ ਵੀ ਹੁੰਦੀ ਆ, ਕਿ ਜਿਹੜੇ ਵੀ ਬੱਚਿਆਂ ਨੂੰ ਲੱਗਦਾ ਕਿ ਉਹਨਾਂ ਕੋਲ ਕੋਈ ਸਹੂਲਤਾਂ ਨਹੀਂ, ਉਹਨਾਂ ਕੋਲ ਕੋਈ ਜ਼ਰੀਆ ਨਹੀਂ, ਉਹ ਸਾਡੇ ਨਾਲ ਸੰਪਰਕ ਕਰਦੇ ਨੇ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਗੱਲ ਵੱਖਰੀ 'ਚ ਲੈ ਕੇ ਕਿ ਤੁਸੀਂ ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਵੀਰ, ਸਾਡੇ ਬਜ਼ੁਰਗ ਹੈਗੇ ਹੋ, ਤੇ ਤੁਸੀਂ ਜੋ ਵੀ ਸਿੱਖਣਾ ਚਾਹ ਰਹੇ ਹੋ, ਚਾਹੇ ਕੋਈ ਇੰਗਲਿਸ਼ ਐਜ਼ ਅ ਸੈਕੰਡਰੀ ਲੈਂਗੁਏਜ, ਚਾਹੇ ਕੋਈ ਜੌਬ ਟ੍ਰੇਨਿੰਗ, ਤਾਂ ਸਾਡੇ ਕੋਲ ਆਓ। ਇਹ ਨਾ ਆਪ ਮਹਿਸੂਸ ਕਰੋ ਕਿ ਤੁਸੀਂ ਇਕੱਲੇ ਹੋ, ਇਹ ਨਾ ਮਹਿਸੂਸ ਕਰੋ ਕਿ ਤੁਹਾਡੇ ਨਾਲ ਕੋਈ ਪਿਆਰ ਨਹੀਂ ਕਰਦਾ, ਤੁਹਾਡੇ ਨਾਲ ਸਾਰੇ ਨਫ਼ਰਤ ਹੀ ਕਰਦੇ ਨੇ। ਕਿਉਂਕਿ ਸਾਨੂੰ ਦੁਬਾਰਾ ਭੈਣ ਜੀ ਇਹੀ ਗੱਲ ਹੁੰਦੀ ਆ ਕਿ ਅਕਾਲ ਪੁਰਖ ਨੇ ਸਾਨੂੰ ਸੋਝੀ ਬਖਸ਼ੀ ਆ, ਅਕਾਲ ਪੁਰਖ ਨੇ ਸਾਨੂੰ ਜੀਵਨ ਬਖਸ਼ਿਆ ਆ, ਅਸੀਂ ਇਹ ਜੀਵਨ ਕਿਸ ਲੇਖੇ ਲਾਉਂਦੇ ਹਾਂ। ਅਸੀਂ ਤਾਂ ਜੇ ਸਮਾਜ ਵਿੱਚ ਵਿਚਰਦੇ ਹਾਂ, ਸਮਾਜ ਦੀ ਬਾਂਹ ਫੜਦੇ ਹਾਂ, ਸਮਾਜ ਨੂੰ ਗਲਵੱਕੜੀ 'ਚ ਲੈਂਦੇ ਹਾਂ, ਤਾਂ ਇਹ ਹਾਦਸੇ ਘਟਣਗੇ। ਕਿਉਂਕਿ ਅਸੀਂ ਫਿਰ ਸਹੀ ਮਾਇਨੇ ਇਨਸਾਨੀ ਹਕੂਕਾਂ ਲਈ, ਹੱਕ ਸੱਚ ਲਈ ਆਵਾਜ਼ ਵੀ ਉਠਾਵਾਂਗੇ ਤੇ ਉਹਦੇ ਲਈ ਕੁਝ ਕਰਾਂਗੇ ਵੀ, ਸਮਾਂ ਵੀ ਕੱਢਾਂਗੇ, ਪੈਸਾ ਵੀ ਕੱਢਾਂਗੇ, ਆਪ ਵੀ ਖੜਾਂਗੇ। ਸੋ ਵਰਨਾ ਇਹੀ ਹੈ ਜੀ ਭੈਣ ਜੀ ਕਿ ਮਤਲਬ ਅੱਜ ਉਵਾਲਦੇ ਟੈਕਸਸ, ਕੱਲ ਕਿਸੇ ਹੋਰ ਸ਼ਹਿਰ ਦੀ ਘਟਨਾ ਹੋਵੇਗੀ, ਸਾਡੀਆਂ ਅੱਖਾਂ ਨਮ ਹੋਣਗੀਆਂ ਤੇ ਉਹ ਪਰਿਵਾਰ ਜਿਹੜੇ ਹੈਗੇ ਨੇ, ਅਸੀਂ ਤਾਂ ਅਫਸੋਸ ਜ਼ਾਹਿਰ ਕਰ ਸਕਦੇ ਹਾਂ, ਪਰ ਜਿਹੜੇ ਪਰਿਵਾਰਾਂ ਦਾ ਜੀਅ ਚਲੇ ਜਾਂਦਾ ਹੈ, ਬੱਚਾ ਚਲੇ ਜਾਂਦਾ ਹੈ, ਉਹਨਾਂ ਦੇ ਕੀ ਬੀਤਦੀ ਆ, ਅਸੀਂ ਉਹਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ। ਬਿਲਕੁਲ। ਗੁਰਵਿੰਦਰ ਸਿੰਘ ਜੀ, ਥੈਂਕ ਯੂ ਸੋ ਮਚ, ਤੁਸੀਂ ਨਾਲ ਜੁੜੇ, ਇਸ ਮਾਮਲੇ ਸੰਬੰਧੀ ਜੋ ਅਪਡੇਟ ਸੀਗੇ ਤੁਹਾਡੇ ਕੋਲੋਂ ਸਾਂਝੇ ਕੀਤੇ, ਔਰ ਬਾਕਾਇਦਾ ਇੱਕ ਉਸ ਕਾਨੂੰਨ ਨੂੰ ਵੀ ਸਮਝਾਇਆ ਔਰ ਉਸ ਹੱਲ ਨੂੰ ਵੀ ਦੱਸਿਆ ਜਿਹੜਾ ਕਿ ਸਾਡੇ ਹੱਥ ਦੇ ਵਿੱਚ ਹੈ।
ਤੇ ਬਾਅਦ ਦੇ ਵਿੱਚ ਸਰਕਾਰਾਂ ਦੇ ਹੱਥ 'ਚੋਂ ਆਉਣਾ। ਸੋ ਉਮੀਦ ਕਰਦੇ ਹਾਂ ਕਿ ਵਾਕਈ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਕੇ ਕੁਝ ਬਦਲ ਸਕੇ। ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਸੋ ਇਸ ਘਟਨਾ ਸੰਬੰਧੀ ਜਿੰਨਾ ਹੋ ਸਕੇ ਗੱਲਬਾਤ ਆਪਾਂ ਸਾਰੇ ਕਰ ਰਹੇ ਹਾਂ, ਔਰ ਗੱਲਬਾਤ ਅੱਜ ਜਾਂ ਕੱਲ੍ਹ ਜਾਂ ਪਰਸੋਂ ਤੱਕ ਤਾਂ ਵਾਕਈ ਹੀ ਖਤਮ ਨਹੀਂ ਹੋ ਜਾਣੀ ਚਾਹੀਦੀ, ਕਿਉਂਕਿ ਬਹੁਤ ਸਾਰੀਆਂ ਮਾਸੂਮ ਜ਼ਿੰਦਗੀਆਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ, ਜਿਹੜੀਆਂ ਵਾਪਸ ਨਹੀਂ ਆਉਣੀਆਂ। ਬਹੁਤ ਸਾਰੇ ਪਰਿਵਾਰਕ ਮੈਂਬਰ, ਕਿਉਂਕਿ ਜਿੰਨੀ ਇਸ ਸਕੂਲ ਦੀ ਅਪਡੇਟ ਸਾਡੇ ਤੱਕ ਪਹੁੰਚੀ ਹੈ ਉਹਦੇ ਵਿੱਚ ਇਹ ਬੱਚੇ ਫੈਂਸੀ ਡਰੈਸ ਸ਼ੋਅ ਦੀ ਤਿਆਰੀ ਕਰ ਰਹੇ ਸੀਗੇ, ਜਿਨ੍ਹਾਂ ਨੇ ਫੈਂਸੀ ਡਰੈਸ ਸ਼ੋਅ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਸੋਹਣੇ ਸੋਹਣੇ ਕੱਪੜੇ ਪਹਿਰਾਵੇ ਪਾ ਕੇ ਉਹਨਾਂ ਨੇ ਦਿਖਾਈ ਦੇਣਾ ਸੀਗਾ, ਔਰ ਮੰਗਲਵਾਰ ਦੀ ਆਈ ਥਿੰਕ ਉਹਨਾਂ ਦੀ ਤਿਆਰੀ ਹੋ ਚੁੱਕੀ ਸੀਗੀ। ਸੋ ਬੜੀਆਂ ਸੋਹਣੀਆਂ ਸੋਹਣੀਆਂ ਉਹਨਾਂ ਦੀ ਡਰੈਸਿਸ ਸੀਗੀਆਂ, ਪਰ ਸ਼ਾਇਦ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀਗਾ ਕਿ ਫੈਂਸੀ ਡਰੈਸ ਸ਼ੋਅ ਦਾ ਹਿੱਸਾ ਉਹ ਬੱਚੇ ਨਹੀਂ ਬਣ ਪਾਉਣਗੇ। ਇਹ ਤਮਾਮ ਜਿਹੜੇ ਸੋਹਣੇ ਸੋਹਣੇ ਖੂਬਸੂਰਤ ਪਹਿਰਾਵੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਵਾਸਤੇ ਤਿਆਰ ਕੀਤੇ ਹੋਏ ਸੀਗੇ, ਉਹ ਸ਼ਾਇਦ ਆਪਣੇ ਬੱਚਿਆਂ ਨੂੰ ਪਵਾ ਨਹੀਂ ਸਕਣਗੇ। ਸੋ ਇਸ ਘਟਨਾ ਸੰਬੰਧੀ ਸ਼ਾਇਦ ਹੁਣ ਮੇਰੇ ਕੋਲ ਵੀ ਲਫ਼ਜ਼ ਮੁੱਕ ਗਏ ਨੇ। ਅਸੀਂ ਸਾਰੇ ਜ਼ਰੂਰ ਇਸ ਮਾਮਲੇ ਨੂੰ ਜਿੰਨਾ ਹੋ ਸਕਦਾ ਹੈ ਐਟਲੀਸਟ ਇਸ ਤਰੀਕੇ ਨਾਲ ਇਸ 'ਤੇ ਗੱਲ ਕਰ ਸਕੀਏ, ਇਸ ਤਰੀਕੇ ਨਾਲ ਇਹਨੂੰ ਚੁੱਕ ਸਕੀਏ ਕਿ ਐਟਲੀਸਟ ਹਰ ਦੇਸ਼ ਦੀ ਜਿਹੜੀ ਸਰਕਾਰ ਹੈ ਇਸ ਪ੍ਰਤੀ ਜਾਗਰੂਕ ਹੋ ਸਕੇ, ਔਰ ਜਿਹੜੇ 18 ਸਾਲ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਗੰਨਾਂ ਆ ਚੁੱਕੀਆਂ, ਜਿਨ੍ਹਾਂ ਦਾ ਮੈਂਟਲ ਲੈਵਲ ਠੀਕ ਨਹੀਂ ਹੈ, ਉਹ ਬੱਚੇ ਪਤਾ ਨਹੀਂ ਕਿਹੜੇ ਆਪਣੇ ਤੌਰ ਤਰੀਕੇ 'ਚ ਜੀ ਰਹੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਗਨ ਕੀ ਹੈ, ਉਹਦੇ ਨਾਲ ਕੀ ਨੁਕਸਾਨ ਉਹ ਕਰ ਰਹੇ ਨੇ, ਇੰਨੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਰਹੇ ਨੇ, ਕਿਸੇ ਨੂੰ ਮਾਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਡਰ ਖੌਫ ਨਹੀਂ ਹੈ ਉਹਨਾਂ ਦੇ ਅੰਦਰ। ਉਸ ਚੀਜ਼ ਦੇ ਉੱਤੇ ਪ੍ਰੋਪਰ ਰਿਸਰਚ ਹੋ ਸਕੇ ਅਤੇ ਗਨ ਜਿਹੜੀ ਹੱਥ ਦੇ ਵਿੱਚ ਫੜਾਈ ਹੋਈ ਹੈ ਹਰ ਹੱਥ ਦੇ ਵਿੱਚ, ਉਹ ਐਟਲੀਸਟ ਉਹ ਕਲਚਰ ਖ਼ਤਮ ਕੀਤਾ ਜਾ ਸਕੇ। ਅਤੇ ਇੱਕ ਪਲੀਜ਼ ਰਿਕੁਐਸਟ ਹੈ ਉਹਨਾਂ ਪਰਿਵਾਰਾਂ ਦੇ ਲਈ ਵੀ, ਜੇ ਤੁਹਾਡਾ ਬੱਚਾ ਬਿਹੇਵ ਸਹੀ ਨਹੀਂ ਕਰ ਰਿਹਾ, ਕਿਸੇ ਵੀ ਤਰ੍ਹਾਂ ਦੀ ਉਹਨੂੰ ਦਿੱਕਤ ਪਰੇਸ਼ਾਨੀ ਤੁਹਾਨੂੰ ਲੱਗਦਾ ਉਹ ਤੁਹਾਡੇ ਕੋਲ ਨਹੀਂ ਬੈਠ ਰਿਹਾ, ਸਮਾਜ ਦੇ ਵਿੱਚ ਸਹੀ ਤਰੀਕੇ ਨਾਲ ਵਿਚਰਦਾ ਨਹੀਂ ਹੈ, ਮੈਂਟਲੀ ਤੌਰ 'ਤੇ ਪਰੇਸ਼ਾਨ ਰਹਿੰਦਾ, ਆਪਣੇ ਆਪ ਨੂੰ ਬੰਦ ਕਮਰੇ 'ਚ ਰੱਖ ਰਿਹਾ, ਉਹ ਪਲੀਜ਼ ਉਹਦੇ ਵੱਲ ਧਿਆਨ ਦੇਵੋ, ਉਹਨੂੰ ਸਮਾਂ ਦੇਵੋ। ਜਿੰਨਾ ਅਸੀਂ ਇਸ ਮਾਮਲੇ ਦੇ ਵਿੱਚ ਦੇਖਿਆ ਕਿ ਉਹ ਬੱਚਾ ਵੀ ਥੋੜ੍ਹਾ ਇੱਦਾਂ ਹੀ ਰਹਿੰਦਾ ਸੀ, ਪਰ ਸ਼ਾਇਦ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ, ਉਹਨੂੰ ਉਹਦੀ ਨੇਚਰ ਸਮਝ ਕੇ ਉਹਨੂੰ ਇੱਦਾਂ ਹੀ ਛੱਡ ਦਿੱਤਾ ਗਿਆ, ਅਤੇ ਅੱਜ ਉਸ ਬੱਚੇ ਨੇ ਆਹ ਕਰ ਦਿੱਤਾ। ਨਾ ਖੁਦ ਬਚਿਆ, ਮਾਰਨ ਵਾਲਾ ਵੀ ਬੱਚਾ ਸੀ ਅਤੇ ਮਰਨ ਵਾਲੇ ਵੀ ਬੱਚੇ ਸੀਗੇ। ਸੋ ਆਈ ਥਿੰਕ ਸਾਨੂੰ ਸਾਰਿਆਂ ਨੂੰ ਹੁਣ ਇਹਦੇ 'ਤੇ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ, ਔਰ ਆਪਣੇ ਬੱਚਿਆਂ ਦੇ ਵੱਲ ਸਪੈਸ਼ਲੀ ਧਿਆਨ ਦਿਓ, ਉਹ ਕਿਹੜੀਆਂ ਐਕਟੀਵਿਟੀਜ਼ ਕਰ ਰਹੇ ਨੇ, ਕਿੱਦਾਂ ਦੀਆਂ ਫਿਲਮਾਂ ਦੇਖ ਰਹੇ ਨੇ, ਕਿੱਦਾਂ ਦੀ ਉਹਨਾਂ ਦੀ ਜਿਹੜੀ ਹੈ ਹੈਬਿਟਸ ਬਣ ਰਹੀਆਂ ਨੇ, ਉਹਨਾਂ 'ਤੇ ਗੌਰ ਕਰਕੇ ਉਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ, ਪੋਜ਼ੀਟਿਵ ਕਰੋ ਉਹਨਾਂ ਨੂੰ। ਉਮੀਦ ਕਰਦੇ ਹਾਂ ਕਿ ਇਹ ਘਟਨਾ ਵਾਕਈ ਕੋਈ ਵੱਡਾ ਬਦਲਾਅ ਜ਼ਰੂਰ ਲੈ ਕੇ ਆਏ। ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।